ਜਿਹੜੇ ਹੁਣ ਹੀ ਡਿਵੈਲਪ ਕਰ ਰਹੇ ਜਿਵੇਂ ਹੁਣ ਮਲਹਾਰ ਰੋਡ ਦੀ ਗੱਲ ਕੀਤੀ ਹੈ ਤਾਂ ਮਲਹਾਰ ਰੋਡ ਤੇ ਪਾਰਕਿੰਗ ਇੱਥੇ ਆ ਜਿੱਥੇ ਕਰੋੜਾਂ ਰੁਪਈਆ ਲਗਾ ਦਿੱਤਾ ਗਿਆ ਅੰਡਰ ਸਮਾਰਟ ਸਿਟੀ ਸਕੀਮ ਜੀ। ਪਾਰਕਿੰਗ ਫਿਰ ਮੇਨ ਸਟਰੀਟਸ ਤੇ ਹੈ ਜੇ ਬਿਲਡਿੰਗ ਦੇ ਪਲਾਨ ਅਪਰੂਵ ਕੀਤੇ ਅਗਰ ਪਾਰਕਿੰਗ ਉਹਨਾਂ ਨੀਚੇ ਦਿੱਤੀ ਹੈਗੀ ਹੈ ਜੀ ਤਾਂ ਅੱਜ ਤੁਸੀਂ ਜਿੰਨੇ ਉੱਥੇ ਕੰਪਲੈਕਸਿਸ ਬਣੇ ਉਹਨਾਂ ਜਾ ਕੇ ਬੇਸਮੈਂਟ ਦੇਖ ਲਓ ਸਮਾਨ ਪਿਆ ਹੋਇਆ ਗੱਡੀ ਨਹੀਂ ਪਾਰਕ ਹੋ ਰਹੀ। ਸਮਾਰਟ ਸਿਟੀ ਪ੍ਰੋਜੈਕਟ ਦੀ ਅਸੀਂ ਗੱਲ ਕਰਦੇ ਹਾਂ ਆਲਰੇਡੀ ਤੁਸੀਂ ਸ਼ਾਇਦ ਮੇਰੇ ਪਹਿਲੇ ਇੰਟਰਵਿਊਜ਼ ਦੇਖੀਆਂ ਹੋਣਗੀਆਂ ਮੈਂ ਇੰਟਰਵਿਊ ਦਿੱਤੀਆਂ ਸੀ ਜਿਹੜੇ ਜਿਹੜੇ ਸਮਾਰਟ ਸਿਟੀ ਪ੍ਰੋਜੈਕਟ ਹੈਗਾ ਵਾ ਇਹ ਇੱਟਾਂ ਟਾਈਲਾਂ ਨਾਲ ਨਹੀਂ ਹੁੰਦਾ। ਜੇ 4 ਇੱਟਾਂ ਲਾ ਕੇ 4 ਪੱਥਰ ਲਾ ਕੇ ਅਸੀਂ ਕਹੀਏ ਸਾਡਾ 500,000 ਕਰੋੜ ਲਾਤਾ ਹੈਗਾ ਜਾਂ 300 ਕਰੋੜ ਲਾਤਾ ਹੈ ਤੁਸੀਂ ਇੱਦਾਂ ਕਰੋ ਜਿੰਨਾ ਕੰਮ ਹੈਗਾ ਮੈਂ ਅੱਗੇ ਵੀ ਇੰਟਰਵਿਊ 'ਚ ਕਿਹਾ ਸੀਗਾ ਕਿ ਜਿੰਨਾ ਕੰਮ ਇਹਨਾਂ ਦਿੱਤਾ ਹੈਗਾ 500 ਕਰੋੜ ਦੇ ਲਾਰੇ ਹੈ ਤੁਸੀਂ ਮੈਨੂੰ 50 ਕਰੋੜ ਦੇ ਦਿਓ ਮੈਂ ਤਾਂ 10 ਗੁਣਾ ਵੱਧ ਕੰਮ ਕਰਾ ਦੇਣਾ। ਵਾਹ मतलब ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੰਮ ਉਹਨਾਂ ਨੇ ਸਰਕਾਰਾਂ ਨੇ ਕਾਗਜ਼ਾਂ 'ਚ ਸਮਾਰਟ ਸਿਟੀ ਦੇ ਅੰਡਰ 500 ਕਰੋੜ 'ਚ ਕੀਤਾ ਹੈ ਤੁਸੀਂ 450 ਕਰੋੜ ਦਾ ਡਿਸਕਾਊਂਟ ਦੇਤਾ ਮਤਲਬ ਸਿਰਫ 50 ਕਰੋੜ 'ਚ ਕਰ ਦੋ। ਬਿਲਕੁਲ 50 ਕਰੋੜ ਦਾ ਕੰਮ ਨਹੀਂ ਹੈਗਾ ਵਾਲਾ ਤੁਸੀਂ ਪੱਥਰ ਲਾਣਾ ਮੈਂ ਤੁਹਾਨੂੰ ਕਿਹਾ ਸਿਟੀ ਦੇ ਸਮਾਰਟ ਸਿਟੀ ਨਹੀਂ ਹੈ। ਇੱਕ ਸਿਵਲ ਰਿਟ ਪਟੀਸ਼ਨ 4886 ਸੀ 2004 ਚ ਬਣੀ ਬਿਲਕੁਲ ਹੈ ਉਹਦੇ ਵਿੱਚ ਆਰਡਰ ਕੀਤਾ ਗਿਆ ਸੀ ਮਾਨਯੋਗ ਹਾਈ ਕੋਰਟ ਨੇ ਕਿ ਜੇ ਕੋਈ ਵੀ ਨਾਗਰਿਕ ਕਿਸੇ ਕਿਸਮ ਦੀ ਐਨਕਰੋਚਮੈਂਟ ਦੇਖਦਾ ਇਲੀਗੈਲਿਟੀ ਦੇਖਦਾ ਤਾਂ ਉਹ ਕੰਪਲੇਂਟ ਫਾਈਲ ਕਰਨ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਕੰਪਲੇਂਟ ਕੇ ਸੁਣਵਾਈ ਹੋਣੀ ਨਹੀਂ ਲੋਕਾਂ ਨੇ ਆਫਸਰ ਲੌਬੀ ਨੇ ਇਦਾਂ ਦੱਬ ਦੇਣਾ ਹੈ ਕਿ ਉਹਨਾਂ ਸੁਣਵਾਈ ਕਰਨੀ ਵੀ ਨਹੀਂ। ਉਹ ਕਹਿੰਦੇ ਤੁਸੀਂ ਸਿੱਧਾ ਮਾਨਯੋਗ ਹਾਈ ਕੋਰਟ 'ਚ ਆ ਜਾਓ ਤੁਹਾਡੀ ਕੰਟੈਂਪਟ ਲੈ ਲਾਂਗੇ ਅਸੀਂ। ਸਰਾਭਾ ਨਗਰ BRS ਨਗਰ ਜਿਵੇਂ ਤੁਸੀਂ ਆਪ ਦੱਸਿਆ ਇਹ ਸਰਕਾਰ ਵੱਲੋਂ ਵਸਾਏ ਗਏ ਏਰੀਏ ਹੈ ਭਗਤ ਸਿੰਘ ਨਗਰ ਜਿੰਨੇ ਵੀ ਸਰਕਾਰ ਵੱਲੋਂ ਤੇ ਸਰਕਾਰ ਨੇ ਅੰਡਰ ਪਲੈਨਿੰਗ ਸਕੀਮ ਵਸਾਏ ਹੈ ਇਹ ਜੇ ਅੰਡਰ ਪਲੈਨਿੰਗ ਸਕੀਮ ਸਰਕਾਰ ਨੇ ਬਣਾਏ ਉਹਦੇ ਵਿੱਚ ਕਮਰਸ਼ੀਅਲ ਨੂੰ ਵੀ ਉਹਦਾ ਰੇਟ ਦਿੱਤਾ ਗਿਆ ਰੈਜ਼ੀਡੈਂਸ਼ੀਅਲ ਨੂੰ ਵੀ ਰੇਟ ਦਿੱਤਾ ਗਿਆ। ਸੋ ਕੀ ਸਰਕਾਰ ਜਿਹੜੀ ਕਿ ਪਲੈਨਿੰਗ ਹੈ ਇੱਕ ਆਮ ਆਦਮੀ ਨੇ ਜਿਹਨੇ ਸਰਕਾਰ ਤੇ ਭਰੋਸਾ ਲੈ ਕੇ ਉੱਥੇ ਪਲਾਟ ਖਰੀਦਿਆ ਜਾਂ ਦੁਕਾਨ ਖਰੀਦੀ ਤੇ ਜੇ ਸਰਕਾਰ ਕੱਲ ਨੂੰ ਉਹਦੇ ਵਿੱਚ ਪਹਿਲੀ ਗੱਲ ਤਾਂ ਕੀ ਸਰਕਾਰ ਉਸ ਪਲੈਨਿੰਗ ਸਕੀਮ ਦੇ ਵਿੱਚ ਉਸ ਟਾਊਨਸ਼ਿਪ ਨੂੰ ਪਲੈਨਿੰਗ ਸਕੀਮ 'ਚ ਬਚਾਇਆ ਗਿਆ ਸੀ ਕੀ ਉਹਦੇ 'ਚ ਚੇਂਜ ਕਰ ਸਕਦੀ ਹੈ? ਬਿਲਕੁਲ ਨਹੀਂ ਕਰ ਸਕਦੀ। ਜਿਹੜੇ ਪਰਪਸ ਵਾਸਤੇ ਜਿਹੜੀ ਕਾਲੋਨੀ ਡਿਵੈਲਪ ਹੋਈ ਹੈ ਉਹ ਪਰਪਸ ਚੇਂਜ ਨਹੀਂ ਹੋ ਸਕਦਾ ਤੇ ਜੇ ਚਾਹੇ ਕਾਰਪੋਰੇਸ਼ਨ ਹੈ ਚਾਹੇ ਇੰਪਰੂਵਮੈਂਟ ਟਰਸਟ ਹੈਗੀ ਹੈ ਚਾਹੇ ਗਵਰਨਮੈਂਟ ਹੈ ਅਗਰ ਉਹ ਗਲਤ ਕੰਮ ਕਰਦੀ ਹੈ ਇਲੀਗਲ ਕੰਮ ਕਰਦੀ ਹੈ they need to be prosecuted। ਰੈਜ਼ੀਡੈਂਸ਼ੀਅਲਸ ਦੇ ਅੱਗੇ ਵੱਡੀਆਂ ਕਮਰਸ਼ੀਅਲ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ ਗਈਆਂ ਉਹਨਾਂ ਦਾ ਹਵਾ ਪਾਣੀ ਅਸੀਂ ਰੋਕਤਾ ਰੌਸ਼ਨੀ ਰੋਕਤੀ ਉਹਨਾਂ ਦੇ ਵੀ ਜਿਹੜੇ ਬੇਸਿਕ ਰਾਈਟਸ ਸੀਗੇ ਉਹਦੇ ਨਾਲ ਵੀ ਖਤਮ ਹੋ ਗਏ। ਜਿਹੜੇ ਉੱਥੇ ਐਲੀਮੈਂਟ ਆਉਂਦੇ ਹੈਗੇ ਨੇ ਉਹ ਰਾਤ 2-2 ਵਜੇ ਤੱਕ ਡਿਸਕੋ ਚੱਲਣੇ ਆ ਮਿਊਜ਼ਿਕ ਚੱਲਣਾ ਹੈਗਾ ਠੱਠ ਆਮ ਬੰਦਾ ਜਿਹੜਾ ਨਾਲ ਜਿਹਦਾ ਘਰ ਹੈ ਉਹਦੀ ਰਿਹਾਇਸ਼ ਦੇ ਵਿੱਚ ਇੰਨੀ ਡਿਸਟਰਬੈਂਸ ਹੈ ਕੋਈ ਬਜ਼ੁਰਗ ਹੈ ਕੋਈ ਮੈਡੀਕਲ ਫੈਸਿਲਿਟੀਜ਼ ਦੇ ਉੱਤੇ ਹੈਗੇ ਕਿਸੇ ਨੂੰ ਕੋਈ ਏਡ ਚਾਹੀਦੀ ਹੈ ਉਹ ਸਾਰੀ ਕੰਮ ਖੜ ਗਏ। ਸਿਵਲ ਰਿਟ ਪਟੀਸ਼ਨ 4886 2004 ਦੀ ਹੈ ਜਿਹਦੇ 'ਚ ਕੀ ਆਰਡਰ ਹੋਇਆ ਵਾ ਕਿ ਕਿਸੇ ਟਾਈਪ ਦੀ ਇੰਕਰੋਚਮੈਂਟ ਹੋਵੇ ਕੋਈ ਵੀ ਇਲੀਗਲ ਕੰਮ ਹੁੰਦਾ ਹੋਵੇ ਤਾਂ ਲੋਕੀ ਆਪਣੇ ਆਪ ਜਾ ਕੇ ਮਾਨਯੋਗ ਹਾਈ ਕੋਰਟ 'ਚ ਈਮੇਲ ਲਿਖ ਦਿਓ ਆਪ ਜੀ ਤਾਂ ਉਹ ਸੁਣਵਾਈ ਜਿਹੜੀ ਹੈ। ਸੋ ਮਲਹਾਰ ਰੋਡ ਸਾਨੂੰ ਇੱਕ ਅਸੀਂ RTI ਪਾਸ ਕੀਤੀ ਸੀ ਜਨ ਹਿਤੈਸ਼ੀ ਵੱਲੋਂ ਜਿਹਦੇ ਵਿੱਚ ਇਹ ਆਇਆ ਹੈ ਇੱਕ ਮਿੰਟਸ ਆਫ ਮੀਟਿੰਗ ਆਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਲੋਕਲ ਬਾਡੀ ਦੀ ਇੱਕ ਮਿਨਿਸਟਰ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਰਿਟਨ 'ਚ ਲਿਖ ਲਿੱਤਾ ਗਿਆ ਜੀ ਇਹ ਕਰਾਂਗੇ ਏਜੰਡਾ ਠੀਕ ਹੈ। ਸੋ ਪਰ ਉਸ ਤੋਂ ਬਾਅਦ ਨਾ ਤਾਂ ਉਹਨੂੰ ਅਖਬਾਰਾਂ 'ਚ ਦਿੱਤਾ ਗਿਆ ਨਾ ਉਹ ਅੱਜ ਤੱਕ ਗਜਟ 'ਚ ਆਇਆ। ਸੋ ਕੀ ਉਹ CLU ਹੋ ਗਿਆ? ਨੋ ਜਦ ਤੱਕ ऑफिशियल गजट नहीं आता ऑब्जेक्शन नहीं कॉल आਉਂਦਾ ਇੱਕ ਪ੍ਰੋਸੈਸ ਹੈ ਉਹ ਪ੍ਰੋਸੈਸ ਅਗਰ ਫੋਲੋ ਨਹੀਂ ਕੀਤਾ ਜਾਂਦਾ ਜੋ ਵੀ ਇਹਨਾਂ ਦਾ ਪ੍ਰੋਸੈਸ ਗਵਰਨਮੈਂਟ ਨੇ ਰੱਖਿਆ ਹੋਇਆ ਹੈ ਤਾਂ ਉਹ CLU ਨਹੀਂ ਹੈਗਾ। ਪਹਿਲੀ ਗੱਲ ਤਾਂ CLU ਹੋ ਹੀ ਨਹੀਂ ਸਕਦਾ ਸੀ ਪਰ ਜੇ CLU ਦੇ ਨਾਮ ਹੈ ਉਹ ਵੀ ਨਹੀਂ ਫੋਲੋ ਹੈਗੇ ਜੇ ਨਹੀਂ ਫੋਲੋ ਹੈਗੇ ਤਾਂ ਜਿਹੜੇ ਬੰਦਿਆਂ ਨੇ ਕੀਤੀ ਹੈਗੀ ਹੈ ਬਿਲਡਿੰਗ ਵੀ ਡਿਮੋਲਿਸ਼ ਹੋਣਗੀਆਂ ਤੇ ਨਾਲ ਦੀ ਨਾਲ ਜਿਹੜਾ ਹੈਗਾ ਵਾ FIR ਰਜਿਸਟਰ ਹੋਊਗੀ। जनहितैषी TRP नहीं खरीदते भरोसा जीतते हैं हम।
ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ। ਦੋਸਤੋ, ਲਗਾਤਾਰ ਜਿਹੜਾ ਨਿਯਮਾਂ ਦੀ ਕੁਤਾਹੀ ਕੀਤੀਆਂ ਜਾ ਰਹੀਆਂ, ਸ਼ਹਿਰ ਦੀ ਜਿਹੜੀ ਅਲੱਗ-ਅਲੱਗ ਰਿਹਾਇਸ਼ੀ ਕਲੋਨੀਆਂ ਹੈਗੀਆਂ ਉਹਨਾਂ ਨੂੰ ਜਿਹੜੀ ਕਿ ਖੁਦ ਸਰਕਾਰਾਂ ਨੇ ਵਸਾਈਆਂ ਅੰਡਰ ਟਾਊਨ ਪਲੈਨਿੰਗ ਸਕੀਮ, ਅੰਦਰ ਮਾਸਟਰ ਪਲਾਨ ਦੇ ਹੇਠ ਜਿਹੜੀ ਹੈ ਉਹ ਵਸਾਈਆਂ ਗਈਆਂ ਸਰਕਾਰੀ ਕਲੋਨੀਆਂ ਦੇ ਵਿੱਚ ਵੀ ਜਿਹੜੇ ਹੁਣ ਰੈਜ਼ੀਡੈਂਸ਼ੀਅਲ ਬਿਲਡਿੰਗਸ ਨੂੰ ਕਮਰਸ਼ੀਅਲ ਕੀਤਾ ਜਾ ਰਿਹਾ। ਔਰ ਇਹ ਸਾਰੀਆਂ ਚੀਜ਼ਾਂ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਔਰ ਸਰਕਾਰ ਵੱਲੋਂ ਹੀ ਆਮ ਜਨਤਾ ਨੂੰ ਇੱਕ ਤਰ੍ਹਾਂ ਦਾ ਸਿੱਧੇ ਲਫ਼ਜ਼ਾਂ 'ਚ ਕਹੀਏ ਤਾਂ ਧੋਖਾ ਦਿੱਤਾ ਜਾ ਰਿਹਾ ਜਾਂ ਮਿਸਗਾਈਡ ਕੀਤਾ ਜਾ ਰਿਹਾ ਹੈ। ਸੋ ਇਸ ਸਾਰੇ ਮਾਮਲੇ 'ਚ ਜਿਹੜਾ ਹੈਗਾ ਕਿ ਇੱਕ ਰੈਜ਼ੀਡੈਂਸ਼ੀਅਲ ਜਿਹੜੀ ਸਰਕਾਰ ਵੱਲੋਂ ਵਸਾਈ ਹੋਈ ਕਲੋਨੀ ਜਾਂ ਕੋਈ ਟਾਊਨਸ਼ਿਪ ਨੂੰ ਕੀ ਕਮਰਸ਼ੀਅਲ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ, ਇਹ ਸਾਰੇ ਸਵਾਲਾਂ ਲਈ ਅੱਜ ਅਸੀਂ ਪਹੁੰਚੇ ਹਾਂ ਐਡੀਸ਼ਨਲ ਐਡਵੋਕੇਟ ਜਨਰਲ ਜਿਹੜੇ ਰਹਿ ਚੁੱਕੇ ਨੇ ਪਰਉਪਕਾਰ ਸਿੰਘ ਘੁੰਮਣ ਜੀ ਨਾਲ, ਕਿਉਂਕਿ ਸਰਕਾਰ ਦਾ ਪਾਰਟ ਐਂਡ ਪਾਰਸਲ ਰਹੇ ਨੇ। ਸੋ ਇਹਨਾਂ ਤੋਂ ਅਸੀਂ ਸਵਾਲਾਂ ਦੇ ਜਵਾਬ ਲਵਾਂਗੇ ਕਿ ਕੀ ਸਰਕਾਰਾਂ ਵੱਲੋਂ ਖੁਦ ਡਿਵੈਲਪ ਕੀਤੀ ਗਈ ਰੈਜ਼ੀਡੈਂਸ਼ੀਅਲ ਬਿਲਡਿੰਗਾਂ ਨੂੰ ਕੀ ਕਮਰਸ਼ੀਅਲ ਉਹਨਾਂ ਦਾ CLU ਕਰਕੇ ਰੈਜ਼ੀਡੈਂਸ਼ੀਅਲ ਵਾਲੀ ਨੂੰ ਕਮਰਸ਼ੀਅਲ ਤਬਦੀਲ ਕੀਤਾ ਜਾ ਸਕਦਾ ਹੈ। ਔਰ ਖਾਸ ਕਰਕੇ ਅੱਜ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੀ ਸਮਾਰਟ ਸਿਟੀ ਦੇ ਅੰਡਰ ਬਣਾਈ ਗਈ ਮਲਹਾਰ ਰੋਡ ਬਾਰੇ, ਕਿਉਂਕਿ ਮਲਹਾਰ ਰੋਡ ਬਾਰੇ ਜਿੱਥੇ ਸਰਕਾਰ ਇਹ ਕਹਿ ਰਹੀ ਹੈ ਕਿ ਇਹ ਕਮਰਸ਼ੀਅਲ ਹੈਗੀ ਹੈ, ਖੁਦ ਕਮਿਸ਼ਨਰ ਨਿਗਮ ਕਮਿਸ਼ਨਰ ਤੱਕ ਦੇ ਜਿਹੜੇ ਸਾਬਕਾ ਰਹੇ ਨੇ ਉਹ ਕਹਿੰਦੇ ਰਹੇ ਨੇ ਸਾਰਾ ਕੁਣਬਾ ਸਰਕਾਰੀ ਤੰਤਰ ਉਹਨੂੰ ਕਮਰਸ਼ੀਅਲ ਕਹਿ ਰਿਹਾ ਹੈ। ਪਰ ਜਿਹੜੀ ਜਨਹਿਤੈਸ਼ੀ ਦੀ RTI ਦੇ ਵਿੱਚ ਇਨਫੋਰਮੇਸ਼ਨ ਆਈ ਹੈ, ਸਾਡੇ ਹਿਸਾਬ ਨਾਲ ਉਹ ਹਜੇ ਤੱਕ ਕਮਰਸ਼ੀਅਲ ਨਹੀਂ ਹੈ। ਸੋ ਸਾਰੀ ਚੀਜ਼ਾਂ ਜਾਣਾਂਗੇ ਕਿ ਸੱਚਾਈ ਕੀ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸੰਦੀਪ ਜੀ। ਅੱਜ ਫਿਰ ਤੁਸੀਂ ਇੱਕ ਮੁੱਦਾ ਬੜਾ ਭਖਦਾ ਹੋਇਆ ਚੱਕਿਆ ਹੈ, ਜਿਹਦੇ ਨਾਲ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਆਫਿਸਰਸ ਤੇ ਬਹੁਤ ਸਾਰੇ ਜਿਹੜੇ ਪੋਲੀਟੀਕਲ ਸਿਸਟਮ ਉਹਨੇ ਹਿਲ ਜਾਣਾ ਜੀ। ਕਿਉਂਕਿ ਅੱਗੇ ਵੀ ਆਪਣੀ ਗੱਲ ਹੋਈ ਸੀਗੀ ਕਿ ਜਿਹੜੀ ਕਾਲੋਨੀ ਡਿਵੈਲਪ ਹੁੰਦੀ ਹੈ, ਰੈਜ਼ੀਡੈਂਸ਼ੀਅਲ ਹੁੰਦੀ ਹੈ ਜੀ, ਤਾਂ ਦੋ ਤਰੀਕੇ ਨਾਲ ਹੁੰਦੀ ਹੈ। ਇੱਕ ਤਾਂ ਕੋਈ ਅਥਾਰਟੀ ਡਿਵੈਲਪ ਕਰਦੀ ਹੈ ਤੇ ਸੈਕੰਡਲੀ ਪ੍ਰਾਈਵੇਟ ਕਰਦੀ ਹੈ। ਪੁਰਾਣੇ ਜ਼ਮਾਨੇ 'ਚ 1995 ਤੋਂ ਪਹਿਲੇ ਜੀ ਜਿਹੜੇ ਕਾਲੋਨੀਜ਼ ਡਿਵੈਲਪ ਹੋਈਆਂ ਉਹਦੇ ਸ਼ਾਇਦ ਨਕਸ਼ੇ ਪਾਸ ਨਹੀਂ ਸੀ ਹੁੰਦੇ ਜੀ, ਉਹ ਇਲੀਗਲੀ ਡਿਵੈਲਪ ਹੋ ਜਾਂਦੇ ਸੀ। ਉਹਨਾਂ ਬੇਸਿਕ ਨੋਰਮਸ ਪੂਰੇ ਕਰਨ ਤੋਂ ਬਾਅਦ ਡਿਵੈਲਪ ਕਰ ਦਿੰਦੇ ਸੀਗੇ। ਪਰ ਜਦੋਂ ਪੁੱਡਾ ਐਕਟ ਬਣ ਗਿਆ ਤਾਂ ਨੋਰਮ ਸਟੈਂਡਰਡ ਹੋ ਗਏ, ਉਹਨਾਂ ਦੇ ਪਲਾਨਸ ਅਪਰੂਵਲ ਵਾਸਤੇ ਚਲੇ ਗਏ। ਜਦੋਂ ਉਹ ਵੀ ਪਲਾਨ ਅਪਰੂਵ ਹੋ ਜਾਂਦੇ ਆ ਤਾਂ ਉਹਦਾ ਵੀ ਲੈਂਡ ਯੂਜ਼ ਜਾਂ ਉਹਦੇ ਮਾਸਟਰ ਪਲਾਨ ਦੇ ਵਿੱਚ ਐਡਜਸਟ ਹੋ ਜਾਂਦੇ ਆ ਤਾਂ ਉਹਦਾ ਵੀ ਲੈਂਡ ਯੂਜ਼ ਚੇਂਜ ਨਹੀਂ ਹੋ ਸਕਦਾ ਜੀ। ਗਵਰਨਮੈਂਟ ਦੀ ਆਪਾਂ ਗੱਲ ਕਰੀਏ, ਗਵਰਨਮੈਂਟ ਦੀ ਅਥਾਰਟੀਜ਼ ਦੀ ਗੱਲ ਕਰੀਏ, ਜਿਹਦੇ 'ਚ ਕੀ ਪੁੱਡਾ ਹੈਗਾ, ਗਲਾਡਾ ਹੈਗਾ, ਸਿਮਿਲਰਲੀ ਹਰ ਡਿਸਟ੍ਰਿਕਟ ਦਾ ਜਿਵੇਂ ਅਲੱਗ-ਅਲੱਗ ਹੈਗੇ ਆ, ਤਾਂ ਇੰਪਰੂਵਮੈਂਟ ਟਰਸਟ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ, ਜਿੱਦਾਂ ਕਿ ਟਾਊਨ ਇੰਪਰੂਵਮੈਂਟ ਟਰਸਟ ਐਕਟ ਸੀਗਾ, ਟਾਊਨ ਇੰਪਰੂਵਮੈਂਟ ਐਕਟ ਸੀਗਾ, ਜਿਹਦੇ ਥੱਲੇ ਕੀ ਪਾਇਆ ਜਾਂਦਾ ਜੀ। ਉਹਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਜਦੋਂ ਰੈਜ਼ੀਡੈਂਸ਼ੀਅਲ ਏਰੀਆ ਡਿਵੈਲਪ ਹੁੰਦਾ ਨਾਲ ਕਮਰਸ਼ੀਅਲ ਏਰੀਆ ਡਿਵੈਲਪ ਕੀਤਾ ਜਾਂਦਾ ਤਾਂ ਕਿ ਲੋਕਲ ਬੰਦਿਆਂ ਨੂੰ ਮਾਰਕੀਟ ਦੀ ਦੂਰ ਨਾ ਜਾਣਾ ਪਵੇ ਤੇ ਪਲੈਨਿੰਗ ਹੁੰਦੀ ਹੈ ਜੀ। ਉਹ ਪਲੈਨਿੰਗ ਦੇ ਵਿੱਚ ਜਿਹੜਾ ਕਮਰਸ਼ੀਅਲ ਏਰੀਆ ਆਕਸ਼ਨ ਕੀਤਾ ਜਾਂਦਾ ਜੀ। ਜਦੋਂ ਆਕਸ਼ਨ ਕਰਦੇ ਆ ਤੁਸੀਂ ਆਮ ਤੌਰ ਤੇ ਦੇਖੋ, ਅਗਰ ਕੋਈ ਰੈਜ਼ੀਡੈਂਸ਼ੀਅਲ ਪਲਾਟ 1000 ਰੁਪਏ ਗਜ਼ ਹੈ ਜੀ ਤਾਂ ਕਮਰਸ਼ੀਅਲ ਜਿਹੜਾ ਪਲਾਟ ਆ 20000 ਰੁਪਏ ਗਜ਼ ਜਾਂਦਾ ਹੈ। ਬਿਲਕੁਲ ਠੀਕ ਹੈ ਜੀ। ਕਿਉਂਕਿ ਉਹਨੂੰ ਕਿਹਾ ਜਾਂਦਾ ਹੈ ਕਿ ਭਾਈ ਅਗਰ ਤੂੰ ਇੱਥੇ ਬਿਜ਼ਨਸ ਕਰੂਗਾ ਤਾਂ ਤੇਰੇ ਵਾਸਤੇ ਇੱਕ ਸਪੈਸੀਫਿਕ ਜਗ੍ਹਾ ਅਲਾਟ ਕਰਤੀ ਗਈ ਹੈ ਤਾਂ ਇਲਾਕੇ ਦੇ ਸਾਰੇ ਬੰਦੇ ਤੇਰੇ ਕੋਲ ਆਉਣਗੇ। ਹੁਣ ਰੀਸੈਂਟਲੀ ਸਾਡੇ ਜਿਹੜਾ ਸਿਸਟਮ ਹੈ ਇੱਦਾਂ ਦਾ ਬਣ ਗਿਆ ਕਿ ਜਿਹੜੇ ਰੈਜ਼ੀਡੈਂਸ਼ੀਅਲ ਕਾਲੋਨੀਜ਼ ਹੈਗੀਆਂ ਨੇ ਉਹਨਾਂ ਦੇ ਰੈਜ਼ੀਡੈਂਸ਼ੀਅਲ ਪਲਾਟਸ ਹੈ ਜੀ, ਉਹਨਾਂ ਨੂੰ ਹੁਣ ਕਮਰਸ਼ੀਅਲ ਬਣਾਇਆ ਜਾ ਰਿਹਾ ਜੀ, ਜਿੱਥੇ ਕਿ ਇੱਕ ਲੋਕਾਂ ਦੀ ਸੋਚ ਬਦਲੀ ਹੈ ਜੀ। ਅਸੀਂ ਲੋਕਾਂ ਨੂੰ ਇੱਕ ਬਹੁਤ ਅੱਛੀਆਂ ਚੀਜ਼ਾਂ ਦਿਖਾ ਰਹੇ ਹਾਂ ਕਿ ਭਾਈ ਇਹਦੇ ਵਿੱਚ ਅਗਰ ਇਹ ਕਮਰਸ਼ੀਅਲ ਬਣ ਜਾਊਗਾ ਤਾਂ ਆਹ ਹੋ ਜਾਊਗਾ ਇੱਦਾਂ ਦੇ ਬਿਲਡਿੰਗਸ ਡਿਵੈਲਪ ਹੋ ਜਾਣਗੀਆਂ। ਪਰ ਉਹਦੇ ਨਾਲ ਦੀ ਨਾਲ ਜਿਹੜੇ ਬੰਦਿਆਂ ਨੇ ਕਮਰਸ਼ੀਅਲ ਆਕਸ਼ਨ 'ਚ ਪਲਾਟ ਲਏ ਆ ਅਸੀਂ ਉਹਨਾਂ ਨੂੰ ਧੋਖਾ ਵੀ ਕਰ ਰਹੇ ਹਾਂ। ਬਿਲਕੁਲ ਠੀਕ ਹੈ। ਅਸੀਂ ਉਹਨਾਂ ਦਾ ਰਾਈਟ ਖੋ ਰਹੇ ਹਾਂ ਜੀ। ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਤੁਹਾਨੂੰ ਤਾਂ ਜਗ੍ਹਾ ਦੇਤੀ ਉਹਦੇ ਪਾਰਕਿੰਗ ਨਾਲ ਸੀਗੀ ਜੀ। ਜਿਹੜੇ ਹੁਣ ਅਸੀਂ ਡਿਵੈਲਪ ਕਰ ਰਹੇ ਹਾਂ, ਜਿਵੇਂ ਹੁਣ ਮਲਹਾਰ ਰੋਡ ਦੀ ਗੱਲ ਕੀਤੀ ਹੈ ਤਾਂ ਮਲਹਾਰ ਰੋਡ ਤੇ ਪਾਰਕਿੰਗ ਇੱਥੇ ਆ ਜਿੱਥੇ ਕਰੋੜਾਂ ਰੁਪਈਆ ਲਗਾ ਦਿੱਤਾ ਗਿਆ ਅੰਡਰ ਸਮਾਰਟ ਸਿਟੀ ਸਕੀਮ ਜੀ। ਪਾਰਕਿੰਗ ਫਿਰ ਮੇਨ ਸਟਰੀਟਸ ਤੇ ਹੈ ਜੀ। ਜੇ ਬਿਲਡਿੰਗ ਦੇ ਪਲਾਨ ਅਪਰੂਵ ਕੀਤੇ ਆ, ਅਗਰ ਪਾਰਕਿੰਗ ਉਹਨਾਂ ਨੀਚੇ ਦਿੱਤੀ ਹੈਗੀ ਹੈ ਜੀ, ਤਾਂ ਅੱਜ ਤੁਸੀਂ ਜਿੰਨੇ ਉੱਥੇ ਕੰਪਲੈਕਸਿਸ ਬਣੇ ਉਹਨਾਂ ਜਾ ਕੇ ਬੇਸਮੈਂਟ ਦੇਖ ਲਓ, ਸਮਾਨ ਪਿਆ ਹੋਇਆ, ਗੱਡੀ ਨਹੀਂ ਪਾਰਕ ਹੋ ਰਹੀ।
ਦੁਕਾਨਾਂ ਖੁੱਲੀਆਂ ਹੋਈਆਂ, ਤੁਸੀਂ ਹਜੇ ਵੀ ਲਿਹਾਜ਼ ਕਰ ਰਹੇ ਹੋ ਪ੍ਰਭਕਾਰ ਸਿੰਘ ਜੀ? ਤੁਸੀਂ ਇੱਕ ਗੱਲ ਦੱਸੋ, ਤੁਸੀਂ ਪਾਰਟ ਐਂਡ ਪਾਰਸਲ ਸਿਸਟਮ ਦਾ ਰਹੇ ਹੋ, ਮੈਨੂੰ ਤਾਂ ਤੁਹਾਡੇ ਤੋਂ ਵੀ ਸ਼ਿਕਾਇਤ ਹੈ ਕਿ ਤੁਸੀਂ ਖੁਦ ਇੱਕ ਅਥਾਰਟੀ ਰਹੇ ਹੋ, ਐਡੀਸ਼ਨਲ ਐਡਵੋਕੇਟ ਜਨਰਲ ਬਣਨ ਲਈ ਲੋਕਾਂ ਦਾ ਕਿੰਨਾ ਸੁਪਨਾ ਹੁੰਦਾ, ਤੁਹਾਨੂੰ ਰੱਬ ਨੇ ਉਹ ਮਾਣ ਬਖਸ਼ਿਆ, ਪਰ ਤੁਸੀਂ ਆਪਣੇ ਸ਼ਹਿਰ ਲਈ ਕੀ ਜ਼ਿੰਮੇਵਾਰੀ ਨਿਭਾਈ? ਤੁਹਾਨੂੰ ਤਾਂ ਸਜਗ ਹੋ, ਲੋਕਾਂ ਨੂੰ ਜਾਗਰੂਕ ਕਰਦੇ ਹੋ, ਪਰ ਤੁਸੀਂ ਕੀ ਇਸ ਦੇ ਖਿਲਾਫ ਕੋਈ ਆਵਾਜ਼ ਚੱਕੀ? ਇਹਦਾ ਇੱਕ ਬਹੁਤ ਵੱਡਾ ਮਾਫੀਆ ਬਣ ਗਿਆ, ਲੈਂਡ ਮਾਫੀਆ। ਲੈਂਡ ਮਾਫੀਆ ਦੇ ਵਿੱਚ ਜਿੱਥੇ ਕਿ ਜਿਹੜੇ ਬੈਨੀਫੀਸ਼ੀਜ਼ ਆ ਉਹ ਇਨਵੋਲਡ ਹੈ, ਇਹਦੇ ਨਾਲ ਬਹੁਤ ਵੱਡੀਆਂ ਜਿਹੜੀ ਸ਼ਾਖਸ ਹੈਗੀਆਂ ਨੇ, ਚਾਹੇ ਉਹ ਆਫਸਰ ਲੌਬੀ ਹੈ, ਚਾਹੇ ਪੋਲੀਟੀਕਲ ਲੌਬੀ ਹੈਗੀ ਹੈ ਜੀ, ਉਹ ਵੀ ਇਨਵੋਲਵ ਹੋ ਗਈ। ਸਮਾਰਟ ਸਿਟੀ ਪ੍ਰੋਜੈਕਟ ਦੀ ਅਸੀਂ ਗੱਲ ਕਰਦੇ ਹਾਂ। ਆਲਰੇਡੀ ਤੁਸੀਂ ਸ਼ਾਇਦ ਮੇਰੇ ਪਹਿਲੇ ਇੰਟਰਵਿਊਜ਼ ਦੇਖੀਆਂ ਹੋਣਗੀਆਂ, ਮੈਂ ਇੰਟਰਵਿਊ ਦਿੱਤੀਆਂ ਸੀ, ਜਿਹੜੇ ਸਮਾਰਟ ਸਿਟੀ ਪ੍ਰੋਜੈਕਟ ਹੈਗਾ ਵਾ, ਇਹ ਇੱਟਾਂ ਟਾਈਲਾਂ ਨਾਲ ਨਹੀਂ ਹੁੰਦਾ ਜੀ। ਜੇ 4 ਇੱਟਾਂ ਲਾ ਕੇ 4 ਪੱਥਰ ਲਾ ਕੇ ਅਸੀਂ ਕਹੀਏ ਸਾਡਾ 500,000 ਕਰੋੜ ਲਾਤਾ ਹੈਗਾ ਜਾਂ 300 ਕਰੋੜ ਲਾਤਾ ਹੈ, ਤੁਸੀਂ ਇੱਦਾਂ ਕਰੋ, ਜਿੰਨਾ ਕੰਮ ਹੈਗਾ, ਮੈਂ ਅੱਗੇ ਵੀ ਇੰਟਰਵਿਊ 'ਚ ਕਿਹਾ ਸੀਗਾ ਕਿ ਜਿੰਨਾ ਕੰਮ ਇਹਨਾਂ ਦਿੱਤਾ ਹੈਗਾ 500 ਕਰੋੜ ਦੇ ਲਾਰੇ ਹੈ, ਤੁਸੀਂ ਮੈਨੂੰ 50 ਕਰੋੜ ਦੇ ਦਿਓ, ਮੈਂ ਤਾਂ 10 ਗੁਣਾ ਵੱਧ ਕੰਮ ਕਰਾ ਦੇਣਾ। ਵਾਹ, ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੰਮ ਉਹਨਾਂ ਨੇ ਸਰਕਾਰਾਂ ਨੇ ਕਾਗਜ਼ਾਂ 'ਚ ਸਮਾਰਟ ਸਿਟੀ ਦੇ ਅੰਡਰ 500 ਕਰੋੜ 'ਚ ਕੀਤਾ ਹੈ, ਤੁਸੀਂ 450 ਕਰੋੜ ਦਾ ਡਿਸਕਾਊਂਟ ਦੇਤਾ, ਮਤਲਬ ਸਿਰਫ 50 ਕਰੋੜ 'ਚ ਕਰ ਦੋ। ਬਿਲਕੁਲ 50 ਕਰੋੜ ਦਾ ਕੰਮ ਨਹੀਂ ਹੈਗਾ ਵਾਲਾ, ਤੁਸੀਂ ਪੱਥਰ ਲਾਣਾ, ਮੈਂ ਤੁਹਾਨੂੰ ਕਿਹਾ ਸਿਟੀ ਦਾ ਸਮਾਰਟ ਸਿਟੀ ਨਹੀਂ ਹੈ ਜੀ। ਸਮਾਰਟ ਸਿਟੀ ਦਾ ਇੱਕ ਪ੍ਰੋਜੈਕਟ ਲਾਇਆ ਗਿਆ ਸੀਗਾ ਤਾਂ ਕਿ ਸਾਡੇ ਸਿਟੀਜ਼ ਨੂੰ ਇੱਦਾਂ ਡਿਵੈਲਪ ਕੀਤਾ ਜਾਵੇ ਕਿ ਲੋਕੀ ਬਾਹਰੋਂ ਆ ਕੇ ਦੇਖਣ ਕਿ ਇੱਕ ਸਟ੍ਰੀਮਲਾਈਨਡ ਸਿਸਟਮ ਨਾਲ ਇਹਦੀ ਡਿਵੈਲਪਮੈਂਟ ਹੋ ਰਹੀ ਹੈ ਜੀ। ਬਿਲਕੁਲ ਠੀਕ ਹੈ। ਪਰ ਜਿਹੜੀ ਮੇਨ ਰੋਡ ਨੂੰ ਅਸੀਂ ਸਭ ਤੋਂ ਪਹਿਲੇ ਅਡਾਪਟ ਕੀਤਾ ਜੀ, ਉਹਦੇ ਉੱਤੇ ਹੀ ਦੀ ਦੇਖੋ ਦੋਨੋਂ ਪਾਸੇ ਕਮਰਸ਼ੀਅਲ ਬਿਲਡਿੰਗਾਂ ਬਣਾ ਕੇ ਅਸੀਂ ਉਹ ਸਿਸਟਮ ਹੀ ਖਤਮ ਕਰਤਾ। ਬਿਲਕੁਲ ਠੀਕ ਹੈ ਜੀ। ਜਿਹੜੀ ਅਸੀਂ ਵਾਕਿੰਗ ਲੇਨਸ ਬਣਾਉਣੀਆਂ ਸੀਗੀਆਂ ਜੀ, ਉਹ ਵਾਕਿੰਗ ਲੇਨਸ ਦੇ ਜਗ੍ਹਾ ਲੇਨ ਤਾਂ ਬਣਾਤੀ, ਉੱਥੇ ਪੱਥਰ ਲਾ ਕੇ, ਪਰ ਉੱਥੇ ਖੜੀਆਂ ਕਰਤੀਆਂ ਗੱਡੀਆਂ ਜੀ। ਜਿਹੜੇ ਪਲਾਟਸ 500 ਗਜ਼ ਦੇ, 1000 ਗਜ਼ ਦੇ, ਜਿੱਥੇ ਅਸੀਂ ਉਹਨਾਂ ਨੂੰ ਕਹਿੰਦੇ ਸੀਗੇ ਇੱਥੇ ਰੈਜ਼ੀਡੈਂਸ਼ੀਅਲ ਵਧੀਆ ਘਰ ਬਣੇ ਹੋਣਗੇ, ਗ੍ਰੀਨ ਬੈਲਟ ਬਣੀ ਹੋਊਗੀ, ਲੋਕੀ ਆਕਸੀਜਨ ਨੂੰ ਇੰਜੋਏ ਕਰਨਗੇ, ਅੱਜ ਉੱਥੇ ਪੱਥਰਾਂ ਦਾ ਸ਼ਹਿਰ ਬਣਾਤਾ ਜੀ। ਜਿੱਥੇ ਸ਼ਹਿਰ ਪੱਥਰਾਂ ਦਾ ਬਣ ਗਿਆ, ਲੋਕਾਂ ਦੇ ਦਿਲ ਵੀ ਪੱਥਰਾਂ ਦੇ ਹੋ ਗਏ। ਬਿਲਕੁਲ ਠੀਕ ਹੈ ਜੀ। ਮੈਂ ਤਾਂ ਇੱਕ ਸਵਾਲ ਪੁੱਛਦਾ ਕਿ ਲੁਧਿਆਣੇ ਦੇ ਨਿਵਾਸੀਆਂ ਨੂੰ, ਜਿਹੜਾ ਕਿ ਵਨ ਆਫ ਦਾ ਓਲਡੈਸਟ ਸਿਟੀ ਹੈ ਜੀ, ਦੇਖੋ ਇਹਨੂੰ ਅਗਰ ਦੇਖੀਏ ਤਾਂ ਲੋਧੀ ਡਾਇਨੈਸਟੀ ਦੇ ਵੇਲੇ ਦਾ ਸਿਟੀ ਹੈ। ਇੱਥੇ ਸਤਲੁਜ ਵਗਦਾ ਹੁੰਦਾ, ਸਤਲੁਜ ਦੇ ਬੈਂਕਸ ਦੇ ਉੱਤੇ ਬੈਠੇ ਆ ਭੱਜ, ਇੱਥੇ ਜਿਹੜਾ ਬੁੱਢਾ ਨਾਲਾ ਹੋ ਗਿਆ ਸਾਡੇ ਕਰਮਾਂ ਕਰਕੇ, ਆਪਣੇ ਕਰਮਾਂ ਕਰਕੇ। ਅਸੀਂ ਉੱਥੋਂ ਬੁੱਢੇ ਨਾਲੇ ਦਾ, ਮੈਂ ਖੁਦ 1976-77 ਦੀ ਗੱਲ ਦੱਸਦਾ, ਨਹਾਉਂਦੇ ਰਹੇ ਇਹ ਪਾਣੀ 'ਚ ਜੀ। ਸਾਡੀ ਜ਼ਮੀਨ ਉਹਦੇ ਬੈਂਕ ਤੇ ਹੁੰਦੀ ਸੀ, ਉਹਦੇ ਬਿਲਕੁਲ ਮੁੱਢ 'ਤੇ ਹੁੰਦੀ ਸੀ, ਚੌੜਾ ਹੁੰਦਾ ਸੀ ਬੁੱਢਾ ਨਾਲਾ ਜੀ। ਅੱਜ ਹਾਲਾਤ ਇਹ ਕਰਤੇ ਹੈ ਕਿ ਅਸੀਂ ਸਿਸਟਮ ਨੂੰ ਇੰਨਾ ਵਿਗਾੜਤਾ, CLU ਦੇ ਕੇ ਕਹਿ ਲਓ, ਜਿਹੜੇ ਕਿ ਇਲੀਗਲ CLUs ਹੈਗੇ ਆ, ਜਿਹੜੇ ਕਿ ਦੇ ਨਹੀਂ ਸਕਦੇ, ਅਸੀਂ ਉਹ ਲੈਂਡ ਯੂਜ਼ ਚੇਂਜ ਨਹੀਂ ਕਰ ਸਕਦੇ ਜੀ। ਇਹਦੇ ਮੁਤਲਕ ਮੈਂ ਤੁਹਾਨੂੰ ਇੱਕ ਨਾ ਬੜਾ ਇੰਪੋਰਟੈਂਟ ਫੈਕਟ ਲੈ ਕੇ ਆਉਣਾ ਤੁਹਾਡੀ ਨੌਲੇਜ, ਜਿਹੜਾ ਕਿ ਆਮ ਤੌਰ 'ਤੇ ਲੋਕਾਂ ਨੂੰ ਨੌਲੇਜ ਨਹੀਂ ਹੈ ਜੀ। ਇੱਕ ਸਿਵਲ ਰਿਟ ਪਟੀਸ਼ਨ 4886 ਸੀ, 2004 'ਚ ਬਣੀ। ਬਿਲਕੁਲ ਹੈਗੀ ਹੈ। ਉਹਦੇ ਵਿੱਚ ਆਰਡਰ ਕੀਤਾ ਗਿਆ ਸੀ ਮਾਨਯੋਗ ਹਾਈ ਕੋਰਟ ਨੇ ਕਿ ਜੇ ਕੋਈ ਵੀ ਨਾਗਰਿਕ ਕਿਸੇ ਕਿਸਮ ਦੀ ਐਨਕਰੋਚਮੈਂਟ ਦੇਖਦਾ ਜੀ, ਇਲੀਗੈਲਿਟੀ ਦੇਖਦਾ, ਤਾਂ ਉਹ ਕੰਪਲੇਂਟ ਫਾਈਲ ਕਰਨ ਦੀ ਲੋੜ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਕੰਪਲੇਂਟ ਕਿਸੇ ਸੁਣਵਾਈ ਹੋਣੀ ਨਹੀਂ ਲੋਕਾਂ ਦੀ। ਲੋਕਾਂ ਨੇ, ਆਫਸਰ ਲੌਬੀ ਨੇ ਇੱਦਾਂ ਦੱਬ ਦੇਣਾ ਹੈ ਕਿ ਉਹਨਾਂ ਸੁਣਵਾਈ ਕਰਨੀ ਵੀ ਨਹੀਂ। ਉਹ ਕਹਿੰਦੇ ਤੁਸੀਂ ਸਿੱਧਾ ਮਾਨਯੋਗ ਹਾਈ ਕੋਰਟ 'ਚ ਆ ਜਾਓ, ਤੁਹਾਡੀ ਕੰਟੈਂਪਟ ਲੈ ਲਾਂਗੇ ਅਸੀਂ। ਅੱਛਾ ਜੀ। ਕੰਟੈਂਪਟ ਨੋਟਿਸ ਇਸ਼ੂ ਕਰਾਂਗੇ ਅਥਾਰਟੀਜ਼ ਨੂੰ ਤੇ ਇੰਕਰੋਚਮੈਂਟ ਰਿਮੂਵ ਕਰਾਵਾਂਗੇ ਜੀ। ਇੱਦਾਂ ਹੀ ਚੱਲਦੇ ਹੋਏ 2001 ਸੀ ਕੰਟੈਂਪਟ ਸੀਗੀ, ਅਸੀਂ 2005-2010 ਫਾਈਲ ਕੀਤੀ ਸੀਗੀ ਜੀ, ਜਿਹਦੇ 'ਚ ਕਿ ਅਸੀਂ BRS ਨਗਰ ਦਾ ਮੁੱਦਾ ਜਿਹੜਾ ਚੱਕਿਆ ਸੀਗਾ ਜੀ। ਉਸ ਤੋਂ ਬਾਅਦ ਕਾਰਪੋਰੇਸ਼ਨ ਹਰਕਤ 'ਚ ਆਈ, ਕਾਰਪੋਰੇਸ਼ਨ ਨੇ ਕੋਈ ਦੁਕਾਨਾਂ ਬੰਦ ਕਰਾਤੀਆਂ ਜਿਹੜੀਆਂ ਕਿ ਰੈਜ਼ੀਡੈਂਸ਼ੀਅਲ ਏਰੀਆ 'ਚ ਬਣੀਆਂ ਸੀ। ਪਰ ਜਿਉਂ-ਜਿਉਂ ਵਕਤ ਬੀਤਦਾ ਗਿਆ, ਉਹ ਕੰਟੈਂਟ ਦੇ ਵਿੱਚ ਇਹਨਾਂ ਨੇ ਐਫੀਡੇਵਿਟ ਫਾਈਲ ਕਰਤੇ ਕਿ ਅਸੀਂ ਕੰਪਲਾਈ ਕਰਤੇ ਆਰਡਰ ਜੀ, ਮਤਲਬ ਝੂਠੇ ਐਫੀਡੇਵਿਟ ਫਾਈਲ ਹੋ ਗਏ ਜੀ। ਉਹ ਕੰਟੈਂਪਟ ਜਿਹੜੀ ਹੈਗੀ ਆ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਅਗਰ ਨਹੀਂ ਹੋਏ ਤਾਂ ਤੁਸੀਂ ਦੁਬਾਰਾ ਫਾਈਲ ਕਰ ਲਿਓ। ਉਹ ਫਿਰ ਉਸ ਤੋਂ ਬਾਅਦ ਫਾਈਲ ਕਰਤੀ ਜੀ, ਉਹ ਫਾਈਨਲੀ ਡਿਸਾਈਡ ਕਰਤੀ ਜੀ। ਲੇਕਿਨ ਰਾਈਟ ਨਹੀਂ ਖਤਮ ਹੋਇਆ ਜੀ। ਮੈਂ ਪਹਿਲੇ ਜਿਹੜੀ ਗੱਲ ਕਰਦਾ, ਸਿਵਲ ਰਿਟ ਪਟੀਸ਼ਨ 2886 ਦਾ ਆਰਡਰ ਅੱਜ ਵੀ ਸਟੈਂਡ ਕਰਦਾ ਜੀ। ਜੇ ਕਿਸੇ ਨਾਗਰਿਕ ਨੂੰ ਕਿਸੇ ਵੀ ਟਾਈਪ ਦੀ ਕੋਈ ਇੰਕਰੋਚਮੈਂਟ ਦਿਖਦੀ ਹੈ ਜੀ, ਕੋਈ ਵਾਇਓਲੇਸ਼ਨ ਆਫ ਨੋਰਮਸ ਦਿਖਦੀ ਹੈ ਜੀ, ਤੇ ਅੱਜ ਵੀ ਹਾਈ ਕੋਰਟ ਜਾ ਕੇ ਇਮੀਡੀਏਟਲੀ ਉੱਥੇ ਰਿਟ ਫਾਈਲ ਕਰ ਸਕਦਾ, ਆਪਣੀ ਕੰਟੈਂਪਟ ਫਾਈਲ ਕਰ ਸਕਦਾ ਜੀ।
ਤੇ ਉਹਦੇ ਵਿੱਚ ਜੇ ਉਹ ਪ੍ਰਭਕਾਰ ਸਿੰਘ ਘੁੰਮਣ ਜੀ ਕੋਲ ਆ ਜਾਂਦਾ ਤਾਂ ਕੀ ਪ੍ਰਭਕਾਰ ਸਿੰਘ ਘੁੰਮਣ ਜੀ ਐਜ਼ ਏ ਨਾਗਰਿਕ ਹੁੰਦੇ ਨਾਤੇ ਉਹਨਾਂ ਦੀ ਮਦਦ ਕਰਨਗੇ? ਬਿਲਕੁਲ ਕਰਾਂਗੇ, ਕਿਉਂ ਨਹੀਂ ਕਰਾਂਗੇ। ਇੱਕ ਮੇਰੀ ਨੈਤਿਕਤਾ ਹੈਗੀ ਹੈ ਜੀ, ਮੇਰੀ ਡਿਊਟੀ ਹੈਗੀ ਹੈ ਸਿਵਲ ਸੁਸਾਇਟੀ ਦੇ ਮੁਤਲਕ ਜੀ, ਔਰ ਮੇਰੀ ਡਿਊਟੀ ਹੈਗੀ ਹੈ ਲੁਧਿਆਣੇ ਨੂੰ ਬਚਾਉਣ ਦੀ ਜਦੋਂ ਹੋ ਸਕਦਾ ਹੈਗਾ। ਤੇ ਫੀਸ ਕਿੰਨੀ ਲਾਉਂਗੇ? ਮੈਂ ਇਸ ਕੰਮ ਦੀ ਕਦੇ ਫੀਸ ਲਿੱਤੀ ਨਹੀਂ ਜੀ। ਜੇ ਕੱਲ ਨੂੰ ਇੱਥੇ 100 ਬੰਦਾ ਆ ਗਿਆ, ਕੱਲ ਨੂੰ ਤੁਸੀਂ ਕਹੋਗੇ ਯਾਰ ਇਹਦਾ ਕੰਮ ਜ਼ਿਆਦਾ ਹੋ ਗਿਆ, ਹੁਣ ਲੈ ਲੈਣੀ ਮੈਂ ਤਾਂ ਦੋ ਸੰਦੀਪ ਜੀ ਗੱਲ ਇਦਾਂ ਹੈਗੀ ਆ, ਤੁਹਾਡੇ ਕੋਲ ਹੁਣ ਆ ਦੇਖੋ ਤੁਸੀਂ ਮਰਡਰ ਕੇਸਿਸ 2 ਹੋਏ ਆ। ਕੋਈ ਬੱਚੇ ਦਾ ਮਰਡਰ ਕੇਸ ਦਿਲਰੋਜ਼ ਕੌਰ ਦਾ ਸੀਗਾ। ਇਸ ਤੋਂ ਬਾਅਦ ਆ ਕਪਲ ਜਿਹੜਾ ਇਨਕਮ ਟੈਕਸ ਆਫਿਸਰ ਸੀ, ਵਾਈਫ ਦੀ ਡੈਥ ਹੋਈ ਹੈ, ਮਰਡਰ ਹੋਏ ਆ। ਮੈਂ ਕੋਈ ਫੀਸ ਲੈ ਕੇ ਕੰਮ ਨਹੀਂ ਕਰ ਰਿਹਾ। ਮੈਂ ਐਜ਼ ਅ ਸਿਟੀਜ਼ਨ ਆਫ ਲੁਧਿਆਣਾ ਮੈਂ ਇੱਕ ਆਪਣੀ ਡਿਊਟੀ ਸਮਝੀ। ਮੈਂ ਕਿਹਾ ਨੰਬਰ ਆਫ ਕੇਸਿਸ ਜ਼ਿਆਦਾ ਹੋ ਜਾਣ, ਜਿੰਨੇ ਮਰਜ਼ੀ ਹੋਣ ਜੀ, ਚਲੋ ਚਾਹੇ ਕੇਸਿਸ ਦੀ ਕੋਈ ਗੱਲ ਨਹੀਂ ਹੈਗੀ। ਚਲੋ ਹੁਣ ਇੱਕ ਡਿਊਟੀ ਹੈਗੀ ਟੂਵਰਡ ਲੁਧਿਆਣਾ, ਮੋਰਲ ਡਿਊਟੀ ਮੈਂ ਸਮਝਦਾ ਜਿਹੜੀ ਮੈਂ ਲੁਧਿਆਣੇ ਦੇ ਮੁਤਲਕ ਹੈਗੀ। ਮੋਰਲ ਦਾ ਮਤਲਬ ਹੀ ਸਰ ਭੁੱਲ ਗਿਆ ਮੈਨੂੰ ਤਾਂ ਇਹ ਲੱਗਦਾ। ਮੋਰੈਲਿਟੀ ਖਤਮ ਨਹੀਂ ਹੋਈ ਹੈਗੀ। ਆਈ ਐਮ ਟੈਲਿੰਗ ਯੂ, ਲੋਕੀ ਡਰੇ ਹੋਏ ਆ। ਅੱਛਾ, ਲੋਕਾਂ ਨੂੰ ਅੱਜ ਉੱਠਣ ਦੀ ਲੋੜ ਹੈ ਜੀ। ਸਾਡੀ ਸਿਵਲ ਸੁਸਾਇਟੀ ਨੂੰ ਉੱਠਣ ਦੀ ਲੋੜ ਹੈ ਸੰਦੀਪ ਜੀ। ਸਿਵਲ ਸੁਸਾਇਟੀ ਉੱਠ ਗਈ ਤਾਂ ਪੋਲੀਟੀਕਲ ਸਿਸਟਮ ਚੇਂਜ ਹੋ ਜੂਗੇ। ਸਰ ਜੇ ਸਿਵਲ ਸੁਸਾਇਟੀ ਉੱਠੀ ਸੀ ਤਾਂ ਪੋਲੀਟੀਕਲ ਸਿਸਟਮ ਚੇਂਜ ਹੋਏ ਆ। ਪਿਛਲੀ ਇੰਨੀ ਜਿਹੜੇ ਕਹਿੰਦੇ ਸੀ ਅਸੀਂ ਦਾਦਾ ਬੋਰਡ ਹੈ ਰਾਜਨੀਤੀ ਦੇ ਜਾਂ ਅਸੀਂ ਉਹ ਹੈਗੇ ਆ ਰਾਜਨੀਤਿਕ ਹੈਗੇ, ਉਹ ਚੰਗੇ ਚੰਗੇ ਘਰੇ ਬਿਠਾਤੇ। ਬਿਲਕੁਲ ਠੀਕ ਗੱਲ ਹੈ, ਲੇਕਿਨ ਅਨਫੋਰਚੂਨੇਟਲੀ ਹੋਇਆ ਗਿਆ। ਅਸੀਂ ਇੱਕ ਪਾਰਟੀ ਜਿਹੜੀ ਹੈਗੀ ਹੈ ਉਹਨੂੰ ਤਾਂ ਅੱਗੇ ਲੈਣ ਦਾ, ਪਰ ਜਿਹੜੇ ਉੱਥੋਂ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਜੀ, ਤੁਸੀਂ ਧਿਆਨ ਨਾਲ ਸੁਣੋ, ਬਹੁਤ ਮੈਂ ਜਿਹੜੀ ਇੰਪੋਰਟੈਂਟ ਗੱਲ ਕਰ ਰਿਹਾ, ਉਹ ਮੋਰ ਔਰ ਲੈਸ ਜਿਹੜੇ ਬੰਦੇ ਆ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਆ, ਜਿਹੜੀਆਂ ਪਾਰਟੀਆਂ ਨੇ ਰਿਜੈਕਟ ਕੀਤਾ ਜੀ। ਸਾਨੂੰ ਬੰਦਿਆਂ ਦੀ ਲੋੜ ਹੈ। ਸਾਨੂੰ ਅਗਰ ਇੰਡੀਪੈਂਡੈਂਟ ਬੰਦੇ ਵੀ ਅੱਛੇ ਮਿਲਦੇ ਹੈਗੇ ਨੇ ਜੀ, ਮੈਂ ਜਿਹੜੀ ਬੇਨਤੀ ਲਾਣਾ, ਸਾਨੂੰ ਚਾਹੇ ਕੋਈ ਪੋਲੀਟੀਕਲ ਪਾਰਟੀਜ਼ 'ਚੋਂ ਬੰਦੇ ਅਗਰ ਅੱਛੇ ਆਏ ਹੋਏ ਆ ਜੀ, ਸਾਨੂੰ ਉਹ ਜਿਤਾਉਣੇ ਚਾਹੀਦੇ ਆ। ਸਾਨੂੰ ਬੰਦੇ ਦਾ ਕਰੈਕਟਰ ਦੇਖਣਾ ਚਾਹੀਦਾ, ਸਾਨੂੰ ਬੰਦੇ ਦੀ ਬੈਕਗਰਾਉਂਡ ਦੇਖਣੀ ਚਾਹੀਦੀ ਹੈ, ਸਾਨੂੰ ਬੰਦੇ ਦਾ ਲਿਹਾਜ਼ਾ ਦੇਖਣਾ ਚਾਹੀਦਾ, ਸਾਨੂੰ ਦੇਖਣਾ ਚਾਹੀਦਾ ਜਿਹੜੇ ਬੰਦੇ ਸਾਡੇ ਲਈ ਕੰਮ ਕਰ ਸਕਦੇ ਆ। ਡਰਾਮੇਬਾਜ਼ੀ ਨਹੀਂ, ਕੰਮ ਕਰ ਸਕਦੇ, ਫੈਕਚੁਅਲ, ਵਰਚੁਅਲ, ਜਿਹੜੀ ਸਾਡੀ ਸੁਸਾਇਟੀ ਵਾਸਤੇ ਸਿਖਾਉਣ। ਸਾਨੂੰ ਅੱਜ ਦੀ ਡੇਟ 'ਚ ਕੀ ਹੈ, ਪੈਸਾ ਤਾਂ ਅਸੀਂ ਪ੍ਰੋਫੈਸ਼ਨ ਤੋਂ ਵੀ ਕਮਾਉਣਾ, ਇੰਡਸਟਰੀਜ਼ ਨੇ ਆਪਣੀ ਇੰਡਸਟਰੀ ਤੋਂ ਕਮਾਉਣਾ ਹੈਗਾ, ਬਿਜ਼ਨਸਮੈਨ ਨੇ ਆਪਣਾ ਕਮਾਉਣਾ ਹੈਗਾ, ਟ੍ਰੇਡਰ ਨੇ ਆਪਣਾ ਕਮਾਉਣਾ, ਨੌਕਰੀ ਵਾਲ ਨੂੰ ਆਪਣੀ ਤਨਖਾਹ ਮਿਲੀ ਜਾਣੀ ਹੈ। ਥਿੰਗ ਇਜ਼ ਕਿ ਸੁਸਾਇਟੀ ਵਾਸਤੇ ਕੀ ਹੋ ਰਿਹਾ। ਪਰ ਸਰ ਸੁਸਾਇਟੀ 'ਚ ਅਨਿਯਮਿਤਾਵਾਂ ਹੀ ਇੰਨੀਆਂ ਕੁ ਵੱਧ ਗਈਆਂ। ਜਿਹੜਾ ਸ਼ਰੀਫ ਇਨਸਾਨ, ਜਿਹੜਾ ਇੱਕ ਨੋਰਮਲ ਲਾਈਫ ਜੀਣ ਵਾਲਾ, ਮੋਰਲ ਵਾਲਾ ਇਨਸਾਨ ਨੂੰ ਇਹ ਲੱਗਣ ਲੱਗ ਪਿਆ ਕਿ ਸ਼ਾਇਦ ਮੈਂ ਬੇਵਕੂਫ ਹੈ। ਇਹ ਅਨਿਯਮਿਤਾਵਾਂ ਕਰਨ ਵਾਲੇ ਓਵਰ ਕੈਲਕੂਲੇਸ਼ਨਸ ਦੇ ਨਾਲ ਇੰਨੇ ਕੁ ਅੱਗੇ ਲੰਘੀ ਜਾਂਦੇ ਆ ਕਿ ਉਹ ਖੁਦ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਿਹਾ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਇਹਦਾ ਵੀ ਆਪਾਂ ਇੱਕ ਪੋਜ਼ਿਟਿਵਿਟੀ ਦੇਖੀਏ, ਕਿਉਂਕਿ ਜਿਹੜੇ ਇੱਦਾਂ ਦੀ ਸੋਚ ਵਾਲੇ ਬੰਦੇ ਹੈਗੇ ਆ, ਜਿਹੜੇ ਠੱਗਣ ਨੂੰ ਤਿਆਰ ਰਹਿੰਦੇ ਆ, ਉਹ ਬਹੁਤ ਥੋੜ੍ਹੇ ਆ ਜੀ। ਜਿਹੜੀ ਸੁਸਾਇਟੀ ਦੇ ਵਿੱਚ ਚੰਗਾ ਪਾਰਟ ਹੈਗਾ ਆ, ਮੈਂ ਔਨ ਰਿਕਾਰਡ ਗੱਲ ਕਰ ਰਿਹਾ, ਮੈਂ ਜੀ, ਅੱਛੇ ਲੋਕ ਹੈ, ਅੱਛੀ ਸੋਚ ਹੈ, ਉਹ ਲੋਕੀ ਬਹੁਤ ਜ਼ਿਆਦਾ ਨੇ ਜੀ। ਸਿਰਫ ਲੋੜਾਂ ਨੂੰ ਇਕੱਠੇ ਹੋਣ ਦੀ ਜੀ। ਜਦੋਂ ਇਕੱਠੇ ਹੋ ਕੇ ਤੁਰ ਪਏ ਜੀ, ਪੋਜ਼ਿਟਿਵਿਟੀ ਨਾਲ ਤੁਰ ਪਏ, ਨੈਗੇਟਿਵਿਟੀ ਨਾਲ ਨਹੀਂ, ਪੋਜ਼ਿਟਿਵਿਟੀ ਨਾਲ ਜੀ। ਜੇ ਅਸੀਂ ਸਾਰੇ ਤੁਰ ਪੈਂਦੇ ਹੈਗੇ ਆ ਤਾਂ ਇੱਕ ਮੂਵਮੈਂਟ ਬਣ ਜਾਂਦੀ ਹੈ। ਮੂਵਮੈਂਟ ਜਿਹੜੀ ਹੈਗੀ ਹੈ, ਤੁਸੀਂ ਦੇਖੋ ਅੱਜ ਆਪਾਂ ਇੱਥਾਂ ਦੀ ਗੱਲ ਨਾ ਕਰੀਏ, ਆਪਾਂ ਸ਼੍ਰੀਲੰਕਾ ਦੀ ਗੱਲ ਵੇਖ ਲਈਏ ਜੀ, ਆਪਾਂ ਉਸ ਤੋਂ ਪਹਿਲੇ ਕਈ ਕੰਟਰੀਜ਼ ਆਪਾਂ ਦੇਖ ਲਈਏ ਜੀ, ਨਾਰਥ ਕੋਰੀਆ, ਸਾਊਥ ਕੋਰੀਆ, ਅਰੇ ਇਹ ਤੇ ਹਕੂਮਤਾਂ ਬਦਲ ਜਾਂਦੀਆਂ ਨੇ, ਸਿਰਫ ਲੋੜ ਹੈਗੀ ਆ। ਆਪਾਂ ਪੰਜਾਬ ਦੀ ਗੱਲ ਕਰ ਲਈਏ, ਬਦਲੀ ਹੋਈ ਹੈ, ਚੰਗੀਆਂ ਚੰਗੀਆਂ ਪਾਰਟੀਆਂ ਘਰੇ ਬਿਠਾ। ਮੈਂ ਦੱਸ ਰਿਹਾ ਉਹੀ ਮੈਂ ਗੱਲ ਸੁਣ ਮੈਂ ਇਹ ਪੁੱਛਣਾ ਚਾਹਾਂਗਾ ਮੇਨ ਮੁੱਦੇ ਦੀ ਗੱਲ ਕਿ ਸਰਾਭਾ ਨਗਰ, BRS ਨਗਰ, ਜਿਵੇਂ ਤੁਸੀਂ ਆਪ ਦੱਸਿਆ, ਇਹ ਸਰਕਾਰ ਵੱਲੋਂ ਵਸਾਏ ਗਏ ਏਰੀਏ ਹੈ। ਭਗਤ ਸਿੰਘ ਨਗਰ, ਜਿੰਨੇ ਵੀ ਸਰਕਾਰ ਵੱਲੋਂ, ਤੇ ਸਰਕਾਰ ਨੇ ਅੰਡਰ ਪਲੈਨਿੰਗ ਸਕੀਮ ਵਸਾਏ ਆ ਇਹ। ਜੇ ਅੰਡਰ ਪਲੈਨਿੰਗ ਸਕੀਮ ਸਰਕਾਰ ਨੇ ਬਣਾਏ, ਉਹਦੇ ਵਿੱਚ ਕਮਰਸ਼ੀਅਲ ਨੂੰ ਵੀ ਉਹਦਾ ਰੇਟ ਦਿੱਤਾ ਗਿਆ, ਰੈਜ਼ੀਡੈਂਸ਼ੀਅਲ ਨੂੰ ਵੀ ਰੇਟ ਦਿੱਤਾ ਗਿਆ। ਸੋ ਕੀ ਸਰਕਾਰ ਜਿਹੜੀ ਕਿ ਪਲੈਨਿੰਗ ਹੈ, ਇੱਕ ਆਮ ਆਦਮੀ ਨੇ ਜਿਹਨੇ ਸਰਕਾਰ ਤੇ ਭਰੋਸਾ ਲੈ ਕੇ ਉੱਥੇ ਪਲਾਟ ਖਰੀਦਿਆ ਜਾਂ ਦੁਕਾਨ ਖਰੀਦੀ, ਤੇ ਜੇ ਸਰਕਾਰ ਕੱਲ ਨੂੰ ਉਹਦੇ ਵਿੱਚ, ਪਹਿਲੀ ਗੱਲ ਤਾਂ ਕੀ ਸਰਕਾਰ ਉਸ ਪਲੈਨਿੰਗ ਸਕੀਮ ਦੇ ਵਿੱਚ, ਉਸ ਟਾਊਨਸ਼ਿਪ ਨੂੰ ਪਲੈਨਿੰਗ ਸਕੀਮ 'ਚ ਬਚਾਇਆ ਗਿਆ ਸੀ, ਕੀ ਉਹਦੇ 'ਚ ਚੇਂਜ ਕਰ ਸਕਦੀ ਹੈ? ਬਿਲਕੁਲ ਨਹੀਂ ਕਰ ਸਕਦੀ। ਮੈਂ ਅੱਗੇ ਵੀ ਹਰ ਵਾਰ ਇੱਕੋ ਗੱਲ ਕਹਿਣਾ, ਜਿਹੜੇ ਪਰਪਸ ਵਾਸਤੇ ਜਿਹੜੀ ਕਾਲੋਨੀ ਡਿਵੈਲਪ ਹੋਈ ਹੈ, ਉਹ ਪਰਪਸ ਚੇਂਜ ਨਹੀਂ ਹੋ ਸਕਦਾ। ਤੇ ਜੇ ਸਰਕਾਰਾਂ, ਹੁਣ ਸਰਕਾਰਾਂ ਹੀ ਕਹਿ ਰਹੀਆਂ ਨਿਗਮ ਕਾਰਪੋਰੇਸ਼ਨ, ਸਾਡੇ ਲਈ ਤਾਂ ਸਰਕਾਰ ਜਿਹੜੀ ਹੈ ਨਿਗਮ ਹੈ, ਨਗਰ ਨਿਗਮ ਹੈ, ਇੰਪਰੂਵਮੈਂਟ ਟਰਸਟ ਹੈ, ਤੇ ਜਿਹੜੇ ਰਾਜਨੇਤਾ ਹੈਗੇ ਆ, ਤੇ ਜੇ ਉਹੀ ਲੋਕ ਕਹਿੰਦੇ ਆ ਕੱਲ ਨੂੰ, ਜਿਵੇਂ ਸਰਾਭਾ ਨਗਰ ਦੀ ਗੱਲ ਕਰੀਏ, BRS ਨਗਰ ਦੀ ਗੱਲ ਕਰੀਏ, ਜਿਹੜੇ ਉੱਥੇ CLE ਹੋ ਰਹੇ ਰੈਜ਼ੀਡੈਂਸ਼ੀਅਲਸ ਦੇ, ਜਿਹੜੇ ਪਹਿਲੀ ਗੱਲ ਤਾਂ ਜਿਹੜੇ ਬੰਦਿਆਂ ਦੀ ਰੈਜ਼ੀਡੈਂਸ਼ੀਅਲ ਜ਼ਮੀਨਾਂ, ਕੁਝ ਲਾਲਚੀ ਲੋਕਾਂ ਦੀ ਜ਼ਮੀਨਾਂ ਨੂੰ ਜਿਹੜਾ ਹੈਗਾ, ਘਰਾਂ ਨੂੰ ਜਿਹੜਾ ਕਮਰਸ਼ੀਅਲ ਬਣਾ ਦਿੱਤਾ ਗਿਆ, ਠੀਕ ਹੈ, ਉਹ ਚਲੋ ਉਹਨਾਂ ਨੇ ਤਾਂ ਆਪਣਾ ਕਰਾ ਲਿਆ, ਕਿ ਬਾਕੀ ਲੋਕਾਂ ਨਾਲ ਚੀਟਿੰਗ ਨਹੀਂ ਹੋਈ, ਜਿਨ੍ਹਾਂ ਦੀ ਰਾਏ ਨਹੀਂ ਲਿੱਤੀ ਗਈ?
ਦੇਖੋ ਜਦੋਂ ਕਹਿੰਦੇ ਆ ਨਾ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਜੀ। ਤਾਂ ਖੇਤ ਨੇ ਕੀ ਬਚਣਾ। ਜਦੋਂ ਸਾਡੇ ਆਪਣੇ ਆਫਿਸਰਸ ਹੈਗੇ ਆ, ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਬੰਦੇ ਹੈਗੇ ਨੇ, ਜੀ ਅਗਰ ਉਹੀ ਕੰਮ ਕਰਨ ਲੱਗ ਪੈਣ ਜੀ। ਤਾਂ ਦੇਸ਼ ਦਾ ਕੀ ਬਣੂਗਾ, ਜੀ ਪੰਜਾਬ ਦਾ ਕੀ ਬਣੂਗਾ, ਲੁਧਿਆਣੇ ਦਾ ਕੀ ਬਣੂਗਾ। ਚਾਹੇ ਕਾਰਪੋਰੇਸ਼ਨ ਹੈ, ਚਾਹੇ ਇੰਪਰੂਵਮੈਂਟ ਟਰਸਟ ਹੈਗੀ ਹੈ, ਚਾਹੇ ਗਵਰਨਮੈਂਟ ਹੈ, ਅਗਰ ਉਹ ਗਲਤ ਕੰਮ ਕਰਦੀ ਹੈ, ਇਲੀਗਲ ਕੰਮ ਕਰਦੀ ਹੈ, ਦੇ ਨੀਡ ਟੂ ਬੀ ਪ੍ਰੋਸੀਕਿਊਟਡ। ਜੀ ਪ੍ਰੋਸੀਕਿਊਸ਼ਨ ਉਹਨਾਂ ਦੀ ਵੀ ਚਾਹੀਦੀ ਹੈ, ਲੇਕਿਨ ਕਿਹਦੇ ਕੋਲ ਪਾਵਰ ਹੈ ਉਹਨਾਂ ਨੂੰ ਪ੍ਰੋਸੀਕਿਊਟ ਕਰਨ? ਅਸੀਂ ਸਿੱਧਾ ਕੋਰਟ 'ਚ ਆ ਸਕਦੇ ਹਾਂ। ਓਕੇ ਵੀ ਕੈਨ ਮੂਵ ਐਨ ਐਪਲੀਕੇਸ਼ਨ ਟੂ ਦੀ ਕੋਰਟ। ਓਕੇ ਹਾਈ ਕੋਰਟ ਦੇ ਵਿੱਚ ਇਮੀਡੀਏਟਲੀ ਆਪਾਂ ਮੂਵ ਕਰੀਏ ਕਿ ਵਾਈ ਇਹ ਜਿਹੜੇ ਆਫਸਰਸ ਹੈਗੇ ਆ, ਪੋਲੀਟੀਸ਼ੀਅਨਸ ਹੈਗੇ ਆ, ਇਹਨਾਂ ਦੇ ਖਿਲਾਫ ਕਿਉਂ ਨਹੀਂ ਇਨਕੁਆਇਰੀ ਹੁੰਦੀ। ਜਿਹੜੇ ਬੰਦੇ ਰਿਸਪੌਂਸੀਬਲ ਹੈਗੇ ਆ ਇੱਦਾਂ ਦੇ CLU ਵਿੱਚ, ਔਰ ਜਿਹੜੇ ਇਨ ਰਾਈਟਿੰਗ ਮਦਦ ਕਰਦੇ ਆ, ਜਿਹੜੇ ਕਿ ਡਿਪਾਰਟਮੈਂਟ ਦੇ ਹੈਡਸ ਹੈਗੇ ਆ। ਜੀ ਰੀਜ਼ਨ ਬੀਇੰਗ ਕੋਈ ਵੀ ਗੈਰ ਕਾਨੂੰਨੀ ਕੰਮ ਜਿਹੜਾ ਕਿ ਆਪਣੀ ਨੌਕਰੀ ਤੋਂ ਬਾਅਦ ਆਵੇ, ਆਪਣੀ ਸਰਵਿਸ ਤੋਂ ਬਾਹਰ ਹੋਵੇ, ਉਹਦੇ ਲਈ ਪਰਮਿਸ਼ਨ ਦੀ ਲੋੜ ਨਹੀਂ ਹੈਗੀ। 197 ਦੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ, ਜੀ ਚਾਹੇ ਉਹ ਆਫਸਰ ਔਨ ਡਿਊਟੀ ਹੈ, ਚਾਹੇ ਔਨ ਡਿਊਟੀ ਨਹੀਂ ਹੈਗਾ। ਇਲੀਗਲ ਜਿਹੜਾ ਹੈਗਾ ਕੰਮ, ਉਹਨੇ ਇਲੀਗਲ ਰਹਿਣਾ। ਜੀ ਤਾਂ ਜਿਹੜੇ ਬੰਦੇ ਆਲਰੇਡੀ ਕਮਰਸ਼ੀਅਲ ਸਪੇਸਿਸ ਲੈ ਕੇ ਬੈਠੇ ਆ, ਜਿਵੇਂ ਮਾਰਕੀਟ ਦੇ ਵਿੱਚ ਹੈਗੀ, ਅਗਰ ਦੇਖੀਏ ਆਪਾਂ ਤਾਂ 2-3 ਮਾਰਕੀਟ ਡਿਵੈਲਪ ਹੋਈਆਂ ਨੇ, ਕਮਰਸ਼ੀਅਲ ਮਾਰਕੀਟ ਡਿਵੈਲਪ ਹੋਈਆਂ ਨੇ। ਜੀ ਜਿਹੜੇ ਉਹਦੇ ਪਰਚੇਜ਼ਰ ਹੈਗੇ ਜ਼ਮੀਨਾਂ ਦੇ, ਉਹਨਾਂ ਦੀ ਕੀ ਗਲਤੀ ਹੈ? ਉਹਨਾਂ ਨਾਲ ਵੀ ਠੱਗੀ ਹੋ ਗਈ, ਤੇ ਜਿਹੜੇ ਰੈਜ਼ੀਡੈਂਸ਼ੀਅਲਸ ਦੇ ਅੱਗੇ ਵੱਡੀਆਂ ਕਮਰਸ਼ੀਅਲ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ ਗਈਆਂ, ਉਹਨਾਂ ਦਾ ਹਵਾ ਪਾਣੀ ਅਸੀਂ ਰੋਕਤਾ, ਰੌਸ਼ਨੀ ਰੋਕਤੀ, ਉਹਨਾਂ ਦੇ ਵੀ ਜਿਹੜੇ ਬੇਸਿਕ ਰਾਈਟਸ ਸੀਗੇ ਉਹਦੇ ਨਾਲ ਵੀ ਖਤਮ ਹੋ ਗਏ। ਇੱਕ ਜਿਹੜੀ ਲੈਂਡ ਸਕੀਮ ਚੇਂਜ ਹੋ ਗਈ। ਜੀ ਕਿੱਥੇ ਤੁਸੀਂ ਰੈਜ਼ੀਡੈਂਸ਼ੀਅਲ 2.5 2.5 ਸਟੋਰੀ ਬਣਾਉਣਾ ਹੈਗਾ, ਕਿੱਥੇ 8-8 ਸਟੋਰੀ ਬਣ ਗਈਆਂ। ਬਿਲਕੁਲ। ਇਸ ਤੋਂ ਇਲਾਵਾ ਇੱਕ ਬੜੀ ਵੱਡੀ ਪ੍ਰੋਬਲਮ ਹੈ ਸੁਸਾਇਟੀ ਜਿਹੜੀ ਆ ਰਹੀ ਹੈਗੀ ਹੈ, ਜਿਹਨੂੰ ਕਿ ਅਸੀਂ ਨਜ਼ਰਅੰਦਾਜ਼ ਕਰ ਰਹੇ ਹਾਂ। ਉਹ ਕਰ ਰਹੇ ਹੈਗੇ ਜਿਹੜੇ ਬਿਲਡਿੰਗਸ ਦੇ ਉੱਪਰ ਬੱਚੇ ਬੈਠਦੇ ਆ, ਜੀ ਉਹਨਾਂ ਦੇ ਆਪਣੇ ਘਰ ਲਾਗੇ ਹੋਣ ਨਾ ਹੋਣ, ਲੇਕਿਨ ਦੂਜਿਆਂ ਦੇ ਧੀਆਂ ਭੈਣਾਂ ਨੂੰ ਬਿਲਡਿੰਗ ਦੇ ਉੱਪਰ ਦਿਖਦੀਆਂ, ਜੀ ਬਿਲਕੁਲ, ਜਿਹੜੇ ਕਿ ਆਮ ਕੰਪਲੇਂਟਸ ਬਹੁਤ ਆਈਆਂ। ਬਿਲਕੁਲ ਹੈ। ਫਿਰ ਇੱਕ ਐਲੀਮੈਂਟ ਹੁੰਦਾ ਵਾ ਸੋਸਾਇਟੀ ਦੇ ਵਿੱਚ ਜਿਹਨੂੰ ਬੈਡ ਐਲੀਮੈਂਟ ਕਰਦੇ ਆ, ਉਹ ਇਹ ਕਮਰਸ਼ੀਅਲ ਬਿਲਡਿੰਗਸ ਹੈ, ਕਿਉਂਕਿ ਰੈਸਟੋਰੈਂਟਸ ਆ ਗਏ, ਡਿਸਕੋਥੈਕਸ ਆ ਗਏ, ਬੀਅਰ ਬਾਰਸ ਆ ਗਈਆਂ। ਜੀ ਅੱਗੇ ਤਾਂ ਜ਼ੋਨਿੰਗ ਸੀਗੀ, ਲੋਕੀ ਉੱਧਰ ਜਾਂਦੇ ਸੀਗੇ, ਬਿਲਕੁਲ। ਜ਼ੋਨਿੰਗ ਹੀ ਖਤਮ ਹੋ ਗਈ। ਬਿਲਕੁਲ ਠੀਕ ਹੈ। ਜਿਹੜੇ ਉੱਥੇ ਐਲੀਮੈਂਟ ਆਉਂਦੇ ਹੈਗੇ ਨੇ, ਉਹ ਰਾਤ 2-2 ਵਜੇ ਤੱਕ ਡਿਸਕੋ ਚੱਲਣੇ ਆ, ਮਿਊਜ਼ਿਕ ਚੱਲਣਾ ਹੈਗਾ, ਠੱਠ ਠੱਠ ਠੱਠ। ਆਮ ਬੰਦਾ ਜਿਹੜਾ ਨਾਲ ਜਿਹਦਾ ਘਰ ਹੈ, ਉਹਦੀ ਰਿਹਾਇਸ਼ ਦੇ ਵਿੱਚ ਇੰਨੀ ਡਿਸਟਰਬੈਂਸ ਹੈ, ਕੋਈ ਬਜ਼ੁਰਗ ਹੈ, ਕੋਈ ਮੈਡੀਕਲ ਫੈਸਿਲਿਟੀਜ਼ ਦੇ ਉੱਤੇ ਹੈਗੇ, ਕਿਸੇ ਨੂੰ ਕੋਈ ਏਡ ਚਾਹੀਦੀ ਹੈ, ਉਹ ਸਾਰੀ ਕੰਮ ਖੜ ਗਏ। ਬਿਲਕੁਲ ਠੀਕ ਹੈ। ਜਿਹੜੀ ਅਸੀਂ ਚੀਜ਼ਾਂ ਨੂੰ ਆਪਣੇ ਭਾਲਦੇ ਹਾਂ ਕਿ ਸਾਡੀ ਮਾਰਕੀਟ ਸਾਡੇ ਘਰ ਦੇ ਨਾਲ ਹੋਵੇ, ਜੀ ਇਹ ਫੈਸਿਲਿਟੀ ਗਵਰਨਮੈਂਟਸ ਨੇ ਦਿੱਤੀਆਂ ਸੀਗੀਆਂ, ਜਿਹੜੀਆਂ ਪਲੈਨਿੰਗ ਸਕੀਮ ਸੀਗੀਆਂ ਉਹਨਾਂ ਨੇ ਦਿੱਤੀਆਂ ਸੀਗੀਆਂ। ਜੀ ਚੰਡੀਗੜ੍ਹ ਕਿਉਂ ਹੈ? ਜੀ ਕਿਉਂਕਿ ਜਿਹੜਾ ਉਹਦਾ ਬੇਸਿਕ ਸਟਰਕਚਰ ਚੇਂਜ ਨਹੀਂ ਹੋਇਆ। ਬਿਲਕੁਲ ਠੀਕ ਹੈ। ਅੱਜ ਅਸੀਂ ਜਾਂਦੇ ਆ ਇੱਥੋਂ ਅੱਗੇ ਕੀ ਹਾਲ ਸੀਗੇ, ਹੁਣ ਤਾਂ ਜੋ ਲੋਕੀ ਫੇਰ ਸਟਾਰਟ ਹੋ ਗਏ। ਜੀ ਪਹਿਲੇ ਚੰਡੀਗੜ੍ਹ ਐਂਟਰ ਕਰਨ ਤੋਂ ਪਹਿਲੇ ਬੈਲਟਾਂ ਲਾ ਲੈਂਦੇ ਸੀਗੇ, ਮਾਸਕ ਲਾ ਲੈਂਦੇ ਸੀਗੇ। ਜੀ ਠੀਕ ਹੈ, ਕਿਉਂ ਲਾਉਂਦੇ ਵੀ ਲੱਗ ਜਾਂਦੇ ਸਰ? ਮੈਂ ਦੱਸਦਾ, ਆਪਣੇ ਇੱਥੇ ਕਿਉਂ ਨਹੀਂ ਹੁੰਦਾ? ਅਸੀਂ ਸਿਸਟਮ ਨੂੰ ਫੋਲੋ ਨਹੀਂ ਕਰਦੇ। ਸਿਸਟਮ ਨੂੰ ਫੋਲੋ ਨਾ ਕਰਨ ਦਾ ਤਰੀਕਾ ਹੈਗਾ ਕਿਉਂਕਿ ਅਸੀਂ ਆਪਣਾ ਮਾਈਂਡਸੈਟ ਚੇਂਜ ਕਰ ਚੁੱਕੇ। ਬੇਸਿਕਲੀ ਅਸੀਂ ਫੋਰਨ ਜਾ ਕੇ ਕਹਿੰਦੇ ਹਾਂ ਕਿ ਇੰਡੀਆ 'ਚ ਇਹੋ ਜਿਹਾ ਕਿਉਂ ਨਹੀਂ ਹੁੰਦਾ, ਉਹ ਗਲਤੀ ਸਾਡੀ ਆਪਣੀ ਵੀ ਹੈਗੀ ਕਿਤੇ ਨਾ ਕਿਤੇ। ਜਾਂ ਤਾਂ ਅਸੀਂ ਕਲਪਰੇਟ ਦੇ ਅਗੇਂਸਟ ਆਵਾਜ਼ ਨਹੀਂ ਚੱਕਦੇ, ਤੇ ਜੇ ਜਾਂ ਕਲਪਰੇਟ ਹੀ ਅਸੀਂ ਆਪ ਹੁੰਦੇ। ਮੈਂ ਕਹਿੰਦਾ ਅਸੀਂ ਆਪ ਪਹਿਲੇ ਕਲਪਰੇਟ ਹਾਂ, ਉਸ ਤੋਂ ਬਾਅਦ ਅਸੀਂ ਹੈਗੇ ਹਾਂ ਦੂਜੇ ਪਾਸੇ। ਜੀ ਜੇ ਅਸੀਂ ਕਲਪਰੇਟ ਨਾ ਹੋਈਏ ਜੀ ਤਾਂ ਅਸੀਂ ਉੱਠ ਕੇ ਆਵਾਜ਼ ਚੱਕੀਏ। ਜਿਹਦੇ ਘਰ ਦੇ ਨਾਲ ਕਮਰਸ਼ੀਅਲ ਬਿਲਡਿੰਗ ਬਣ ਰਹੀ ਹੈ, ਜੀ ਉਹਦਾ ਰਾਈਟ ਹੈ ਸਭ ਤੋਂ ਪਹਿਲੇ ਇਹਨੂੰ ਆਬਜੈਕਟਿਵ ਕਰਨ ਦਾ। ਜੀ ਕੀ ਉਹਦੀ ਸੁਣੀ ਜਾਏਗੀ? ਬਿਲਕੁਲ ਸੁਣੀ ਜਾਊਗੀ। ਅੰਡਰ ਕਿਹੜੇ ਲਾਅ? CWP 4886 ਜਾ ਕੇ ਸਿੱਧੀ ਕੰਟੈਂਪਟ ਲਾਓ। ਓਕੇ। ਕਿਸੇ ਅਫਸਰ ਨੂੰ ਉਹਨੂੰ ਜਾਣ ਦੀ ਲੋੜ ਨਹੀਂ ਹੈਗੀ, ਕੋਈ ਵਕੀਲ ਕਰਨ ਦੀ ਕੋਈ ਵਕੀਲ ਕਰਨ ਦੀ ਲੋੜ ਨਹੀਂ। ਸਿੱਧੀ ਆਪਣੀ ਲਗਾਉਣ ਹਾਈ ਕੋਰਟ ਦੇ ਵਿੱਚ ਕਿ ਅਸੀਂ ਆਹ ਚੱਕਰ ਚ ਆਏ। ਦੁਬਾਰਾ ਬੋਲ ਦਿਓ ਕਿਹੜਾ ਲਾਅ ਹੈ? ਸਿਵਲ ਰਿਟ ਪਟੀਸ਼ਨ 4886 2004 ਦੀ ਹੈ, ਜਿਹਦੇ 'ਚ ਕੀ ਆਰਡਰ ਹੋਇਆ ਵਾ ਕਿ ਕਿਸੇ ਟਾਈਪ ਦੀ ਇੰਕਰੋਚਮੈਂਟ ਹੋਵੇ, ਕੋਈ ਵੀ ਇਲੀਗਲ ਕੰਮ ਹੁੰਦਾ ਹੋਵੇ, ਤਾਂ ਲੋਕੀ ਆਪਣੇ ਆਪ ਜਾ ਕੇ ਮਾਨਯੋਗ ਹਾਈ ਕੋਰਟ 'ਚ ਈਮੇਲ ਲਿਖ ਦਿਓ ਆਪ ਜੀ, ਤਾਂ ਉਹ ਸੁਣਵਾਈ ਜਿਹੜੀ ਹੈਗੀ ਐਡਰੈਸ ਕਿਹੜਾ ਹੈਗਾ? ਉਹ ਆਨਲਾਈਨ ਹੈਗਾ ਸਾਰਾ। ਜੀ highcourt.gov.in.nic ਸਮਥਿੰਗ ਹੈਗਾ। highcourt.cid.gov.nic ਹੈ। ਜਿਹੜਾ ਤੁਸੀਂ ਈਮੇਲ ਐਡਰੈਸ ਤੇ ਤੁਸੀਂ ਲਾਅ ਦੱਸਦਾ, ਮੈਨੂੰ ਲੱਗਦਾ ਹੈ ਕਿ ਖਾਲੀ ਲੁਧਿਆਣਾ 'ਚੋਂ ਹੀ ਜੇ ਤੁਹਾਡੇ ਵਰਗੇ ਬੰਦੇ ਉੱਠ ਗਏ ਤੇ ਲੱਖਾਂ ਦੀ ਤਾਦਾਦ 'ਚ ਪਹੁੰਚ ਜਾਏਗੀ। ਦੇਖੋ ਇਮੀਡੀਏਟਲੀ ਜਿਹੜਾ ਦਾ ਹੈਗਾ ਅਫੈਕਟਡ ਪਾਰਟੀ ਹੈਗੀ ਹੈ, ਜੀ ਉਹਨੂੰ ਪਹਿਲੇ ਕਰਨਾ ਪੈਣਾ ਹੈਗਾ ਵਾ, ਕਿਉਂਕਿ ਅਫੈਕਟਡ ਪਾਰਟੀ ਦਾ ਰਾਈਟ ਜਿਹੜਾ ਹੈਗਾ ਵਾ, ਜਿਸ 'ਚ ਕਿ ਪਾਣੀ ਦਾ, ਬਿਜਲੀ ਦਾ, ਹਵਾ ਦਾ, ਹਰ ਟਾਈਪ ਦਾ ਰਾਈਟ ਹੈ, ਉਹ ਅਫੈਕਟ ਹੋ ਰਿਹਾ ਵਾ। ਉਸ ਤੋਂ ਬਾਅਦ ਸਾਡੀ ਸੁਣੀ ਜਾਣੀ ਹੈਗੀ ਹੈ। ਜੀ
ਕਿ ਜਿਹੜੇ ਬੰਦੇ ਕਹਿੰਦੇ ਲੰਘਦੇ ਅਸੀਂ ਦੇਖ ਲਿਆ ਬਿਲਡਿੰਗ ਦੇ ਵਿੱਚ ਕਿ ਗਲਤ ਕੰਮ ਹੋ ਰਿਹਾ ਹੈਗਾ ਤੇ ਇਲੀਗਲ ਕੰਸਟਰਕਸ਼ਨ ਹੈਗੀ ਹੈ, ਇਲੀਗਲ ਐਨਕਰੋਚਮੈਂਟ ਹੈਗੀ ਹੈ, ਤਾਂ ਉਹ ਰੋਕੀ ਜਾ ਸਕੇ। ਮਤਲਬ ਜੇ ਮੇਰੇ ਘਰ ਦੇ ਨਾਲ ਦੀ ਬਿਲਡਿੰਗ 'ਚ ਅਕਰੋਚਮੈਂਟ ਹੋ ਰਹੀ ਹੈ, ਸਰਕਾਰ ਨੇ ਚਾਹੇ ਉਹਨੂੰ CLU ਰੈਜ਼ੀਡੈਂਸ਼ੀਅਲ ਸੀ ਉਹਦਾ CLU ਕਰ ਦਿੱਤਾ, ਤਾਂ ਮੇਰੇ ਕੋਲ ਰਾਈਟ ਹੈਗਾ ਕਿ ਮੈਂ ਆਪਣੀ ਰਾਈਟ ਲਈ ਆਵਾਜ਼ ਚੱਕ ਸਕਦਾ ਤੇ ਮੈਂ ਆਹ ਜਿਹੜਾ ਤੁਸੀਂ ਐਕਟ ਦੱਸਿਆ ਮੈਂ ਸਿੱਧਾ ਮਾਨਨੀ ਹਾਈ ਕੋਰਟ 'ਚ ਜਾ ਕੇ ਆਪਣੀ ਆਵਾਜ਼ ਪਟੀਸ਼ਨ ਦੇ ਵਿੱਚ ਸਿੱਧਾ ਕਰ ਲਓ, ਆਪਣੇ CLU ਚੈਲੰਜ ਕਰ ਸਕਦੇ ਹੋ ਕਿ CLU ਕਿਵੇਂ ਮਿਲੀ, ਉਹ ਵੀ ਕੰਟੈਂਪਟ 'ਚ ਹੈ। ਔਰ ਕੰਟੈਂਪਟ ਦੇ ਵਿੱਚ ਜਿਹੜੇ ਅਫਸਰ ਨੇ CLU ਦਿੱਤੀ ਹੈਗੀ ਹੈ ਇਵਨ ਦੇ ਵਿਲ ਬੀ ਹੈਲਡ ਰਿਸਪੌਂਸਿਬਲ। ਓਕੇ, ਸੋ ਤੁਸੀਂ ਕੀ ਜਿਹੜੀ ਤੁਸੀਂ ਥੈਂਕ ਯੂ ਹੈ ਤੁਸੀਂ ਸਾਨੂੰ ਸਾਰੀ ਇਹ ਇਨਫੋਰਮੇਸ਼ਨ ਦਿੱਤੀ। ਹੋਰ ਇਸ ਤੋਂ ਇਲਾਵਾ ਕੀ ਤੁਸੀਂ ਸਾਡੇ ਰਾਈਟਸ ਬਾਰੇ ਜਾਂ ਸਾਨੂੰ ਆ ਜਿਹੜਾ CLU ਦੇ ਨਾਮ ਤੇ ਕਿਹਾ ਜਾ ਰਿਹਾ ਸੋ ਮਲਹਾਰ ਰੋਡ, ਸਾਨੂੰ ਇੱਕ ਅਸੀਂ RTI ਪਾਸ ਕੀਤੀ ਸੀ ਜਨ ਹਿਤੈਸ਼ੀ ਵੱਲੋਂ, ਜਿਹਦੇ ਵਿੱਚ ਇਹ ਆਇਆ ਹੈ ਇੱਕ ਮਿੰਟਸ ਆਫ ਮੀਟਿੰਗ ਆਈ ਹੈ, ਉਹਦੇ ਵਿੱਚ ਇਹ ਕਿਹਾ ਗਿਆ ਕਿ ਲੋਕਲ ਬਾਡੀ ਦੀ ਇੱਕ ਮਿਨਿਸਟਰ ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਰਿਟਨ 'ਚ ਲਿਖ ਲਿੱਤਾ ਗਿਆ ਜੀ ਇਹ ਕਰਾਂਗੇ ਏਜੰਡਾ, ਠੀਕ ਹੈ। ਸੋ ਪਰ ਉਸ ਤੋਂ ਬਾਅਦ ਨਾ ਤਾਂ ਉਹਨੂੰ ਅਖਬਾਰਾਂ 'ਚ ਦਿੱਤਾ ਗਿਆ, ਨਾ ਉਹ ਅੱਜ ਤੱਕ ਗਜਟ 'ਚ ਆਇਆ। ਸੋ ਕੀ ਉਹ CLU ਹੋ ਗਿਆ? ਨੋ, ਜਦ ਤੱਕ ਆਫੀਸ਼ੀਅਲ ਗਜ਼ਟ ਨਹੀਂ ਆਉਂਦਾ ਆਬਜੈਕਸ਼ਨ ਨਹੀਂ ਕਾਲ ਆਉਂਦਾ, ਇੱਕ ਪ੍ਰੋਸੈਸ ਹੈ ਜੀ। ਉਹ ਪ੍ਰੋਸੈਸ ਅਗਰ ਫੋਲੋ ਨਹੀਂ ਕੀਤਾ ਜਾਂਦਾ ਜੋ ਵੀ ਇਹਨਾਂ ਦਾ ਪ੍ਰੋਸੈਸ ਗਵਰਨਮੈਂਟ ਨੇ ਰੱਖਿਆ ਹੋਇਆ ਹੈ ਜੀ, ਤਾਂ ਉਹ CLU ਨਹੀਂ ਹੈਗਾ। ਪਹਿਲੀ ਗੱਲ ਤਾਂ CLU ਹੋ ਹੀ ਨਹੀਂ ਸਕਦਾ ਸੀ, ਪਰ ਜੇ CLU ਦੇ ਨਾਮ ਹੈ ਉਹ ਵੀ ਨਹੀਂ ਫੋਲੋ ਹੈਗੇ। ਜੇ ਨਹੀਂ ਫੋਲੋ ਹੈਗੇ ਤਾਂ ਜਿਹੜੇ ਬੰਦਿਆਂ ਨੇ ਕੀਤੀ ਹੈਗੀ ਹੈ ਬਿਲਡਿੰਗ ਵੀ ਡਿਮੋਲਿਸ਼ ਹੋਣਗੀਆਂ ਤੇ ਨਾਲ ਦੀ ਨਾਲ ਜਿਹੜਾ ਹੈਗਾ ਵਾ FIR ਰਜਿਸਟਰ ਹੋਊਗੀ। ਤੇ ਜਿਹੜੇ ਕੁਝ ਰਾਜਨੇਤਾ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਸੱਤਾ 'ਚ ਬੈਠਣ ਤੋਂ ਬਾਅਦ ਕਿ ਭਈ ਅਸੀਂ 20-25 ਮਤਲਬ ਇੰਨੇ ਕਰੋੜਾਂ ਰੁਪਈਏ ਲੋਕਾਂ ਦੇ ਲੱਗ ਗਏ ਹੈ, ਸੋ ਹੁਣ ਅਸੀਂ ਲੋਕਾਂ ਦੇ ਅਸੀਂ ਕੋਈ ਉੱਥੇ ਐਦਾਂ ਦਾ ਨਹੀਂ ਕਰਨਾ ਕਿ ਲੋਕਾਂ ਨੂੰ ਅਗੇਂਸਟ ਕਰ ਲੈਣਾ, ਮਤਲਬ ਵੋਟ ਬੈਂਕ ਦੀ ਪੋਲਿਟਿਕਸ। ਉਹ 40-50-100 ਬਿਲਡਿੰਗਾਂ ਦੇ ਚੱਕਰ 'ਚ ਪਿੱਛੇ ਜਿਹੜੇ ਦੋਨੋਂ ਪਾਸੇ ਉਹਦੇ ਆਸ-ਪਾਸ ਦੇ ਲੋਕੀ ਹਜ਼ਾਰਾਂ ਰਹਿ ਰਹੇ ਹੈ ਉਹਨਾਂ ਨੂੰ ਇਗਨੋਰ ਕਰ ਰਹੇ। ਦੇਖੋ ਇਹਦੇ ਵਾਸਤੇ ਤਾਂ ਮੈਂ ਅੱਗੇ ਵੀ ਇੱਕੋ ਗੱਲ ਕਹਿਣਾ, ਹੁਣ ਅੱਜ ਵੀ ਕਹਿਣਾ ਕਿ ਲੋਕਾਂ ਨੂੰ ਆਪ ਉੱਠਣਾ ਪੈਣਾ ਹੈ, ਕਿਉਂਕਿ ਪੋਲੀਟੀਕਲ ਜਿਹੜੇ ਪਰਸਨਸ ਹੁੰਦੇ ਆ ਉਹਨਾਂ ਦੇ 50 ਕੰਪਲਸ਼ਨਸ ਹੁੰਦੀਆਂ ਨੇ, ਲੇਕਿਨ ਜਿਹੜੇ ਬੰਦੇ ਦਾ ਰਾਈਟ ਇਫੈਕਟ ਹੁੰਦਾ ਵਾ ਉਹਦੀ ਕੋਈ ਕੰਪਲਸ਼ਨ ਨਹੀਂ ਹੁੰਦੀ ਜੀ। ਲੜਾਈ ਤਾਂ ਆਪਾਂ ਨੂੰ ਆਪਣੀ ਲੜਾਈ ਲੜਨੀ ਪੈਣੀ ਹੈ, ਆਪਾਂ ਅਗਰ ਲੜਾਈ ਸਾਰੇ ਰਲ ਕੇ ਲੜਾਂਗੇ ਤਾਂ ਕਾਮਯਾਬ ਜ਼ਰੂਰ ਹੋਵਾਂਗੇ। ਓਕੇ ਜੀ, ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ ਇਹ ਸੀਗੇ ਪ੍ਰਭਕਾਰ ਸਿੰਘ ਘੁੰਮਣ ਜੀ, ਇਹਨਾਂ ਨੇ ਬੜਾ ਕਲੀਅਰ ਕੱਟ ਚੀਜ਼ਾਂ ਦਸੀਆਂ ਹੈਗੀਆਂ ਕਿ ਪਹਿਲੀ ਗੱਲ ਗੌਰਮੈਂਟ ਵੱਲੋਂ ਕੋਈ ਵੀ ਬਣਾਈ ਗਈ ਅੰਡਰ ਪਲੈਨਿੰਗ ਸਕੀਮ ਬਣਾਈ ਗਈ, ਕੋਈ ਵੀ ਡਿਵੈਲਪ ਕੀਤੀ ਗਈ ਟਾਊਨਸ਼ਿਪ ਜਿਹਦੇ ਵਿੱਚ ਜੇ ਕਮਰਸ਼ੀਅਲ ਹੈ ਤਾਂ ਕਮਰਸ਼ੀਅਲ ਹੀ ਰਹੇਗਾ, ਰੈਜ਼ੀਡੈਂਸ਼ੀਅਲ ਹੈ ਤਾਂ ਰੈਜ਼ੀਡੈਂਸ਼ੀਅਲ ਹੀ ਰਹੇਗਾ, ਉਹਦਾ CLU ਨਹੀਂ ਕੀਤਾ ਜਾ ਸਕਦਾ। ਸੋ ਬਹੁਤ ਵੱਡੀ ਹੈ ਔਰ ਇਹਨਾਂ ਨੇ ਸਾਨੂੰ ਸਾਡਾ ਰਾਈਟ ਦੱਸਿਆ ਹੈ ਅੰਡਰ ਜਿਹੜਾ ਸਿਵਲ ਰਿਟ ਪਟੀਸ਼ਨ ਦੇ ਅੰਡਰ 4886 2004 ਦੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੇ ਹੈਗੇ ਆ ਉਹਨਾਂ ਦੇ ਅੰਡਰ ਜਿਹੜਾ ਸਾਡੇ ਕੋਲ ਇੱਕ ਰਾਈਟ ਹੈ, ਅਸੀਂ ਉੱਥੇ ਜਾ ਕੇ ਆਪਣੀ ਰਿਟ ਪਟੀਸ਼ਨ ਕਰ ਸਕਦੇ ਹਾਂ ਔਰ ਆਪਣੇ ਨਾਲ ਹੋਣ ਵਾਲੀ ਨਾਇਨਸਾਫੀ ਦੇ ਅਗੇਂਸਟ ਆਵਾਜ਼ ਚੱਕ ਸਕਦੇ ਹਾਂ। ਇਹ ਸਾਨੂੰ ਉਹਨਾਂ ਨੇ ਮੈਂ ਧੰਨਵਾਦ ਕਰਾਂਗਾ, ਇਹਨਾਂ ਤੋਂ ਹੋਰ ਵੀ ਇੱਦਾਂ ਦੀ ਇਨਫੋਰਮੇਸ਼ਨ ਲੈ ਕੇ ਪਬਲਿਕ ਤੱਕ ਜ਼ਰੂਰ ਸਾਂਝੀ ਕਰਾਂਗੇ ਤਾਂ ਕਿ ਸਾਡੇ ਜਿਹੜੇ ਮੌਲਿਕ ਅਧਿਕਾਰ ਹੈ, ਕੋਈ ਕਾਨੂੰਨ ਜਾਂ ਕੋਈ ਅਧਿਕਾਰੀ ਆਪਣੇ ਮਤਲਬ ਲਈ ਜਿਹੜਾ ਹੈਗਾ ਉਸ ਚੀਜ਼ ਦੇ ਨਾਲ ਸਾਡੇ ਅਧਿਕਾਰਾਂ ਨਾਲ ਸਾਡੇ ਅਧਿਕਾਰਾਂ ਦਾ ਖਨਨ ਨਾ ਹੋਵੇ ਜਾਂ ਉਹਨਾਂ ਦੇ ਨਾਲ ਖਿਲਵਾੜ ਨਾ ਕੀਤਾ ਜਾ ਸਕੇ। देखते रहो, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।